हेलो स्टूडेंट्स, 8th क्लास। माय नेम इज़ प्रितपाल सिंह। बच्चे अज आप साइंस सब्जैक्ट फर्स्ट लैसन का सैकेंड पार्ट करना अलॉन्ग विद होमवर्क। ओके बच्चे, तो 8th क्लास स्पैशली। ओके बच्चे, तो आप लैसन फर्स्ट ते चलिए, वो सैकेंड पार्ट। आ चीज़ बच्चे हो गई सी, ये वाली स्लाइड हो गई सी, तो आप स्लाइड हुण कवर करनी है। तो इत्थे आपां नूं लीव कीता सीगा फर्स्ट वीडियो का। ओके बच्चे, तो ये ਆਪਾਂ देखना कि प्लफ की हुंदा। प्लफ ਨੂੰ ਆਪਾਂ ਇਹਦੇ ਸਟੱਡੀ ਕਰਨਾ। तो बच्चे बेसिकली ਜਿਹੜਾ प्लफ ਹੁੰਦਾ ਉਹ ਹੁੰਦਾ ਖੇਤ ਨੂੰ ਵਾਹੁਣਾ, ਮਤਲਬ ਉਹਦੇ ਵਿੱਚ ਹਲ ਫੇਰਨਾ। ਤੁਹਾਨੂੰ ਪਤਾ ਹੀ ਹੈ ਟਰੈਕਟਰ ਤੇ ਹਲ ਜਿਹੜੇ ਹੁੰਦੇ ਨੇ ਖੇਤ ਨੂੰ ਵਾਹੁਣ ਲਈ ਆਪਾਂ ਯੂਜ਼ ਕਰਦੇ ਹਾਂ, ਤਾਂ ਇਹਨੂੰ ਪਲਫਿੰਗ ਬੋਲਦੇ ਆ। ਉਹ ਸਾਰੀ ਸਿਸਟਮ ਨੂੰ ਪਲਫਿੰਗ ਬੋਲਦੇ ਆ, ਮਤਲਬ ਪਲਫ ਕਰਨਾ, ਹਲ ਨਾਲ ਵਾਹੁਣਾ। ਠੀਕ ਹੈ, ਇਹਦਾ ਕੰਮ ਕੀ ਆ ਬੱਚੇ? ਤੋ ਜਿੱਦਾਂ ਪਿਛਲੀ ਵੀਡੀਓ ਵੀ ਤੁਸੀਂ ਧਿਆਨ ਨਾਲ ਸੁਣੀ ਹੋਏਗੀ, ਉਹਦੇ ਵਿੱਚ ਆਪਾਂ ਇਹਦਾ ਪੂਰਾ ਸਿਗਨੀਫਿਕੈਂਸ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਆਪਾਂ ਖੇਤ ਨੂੰ ਵਾਹੁੰਦੇ ਹਾਂ ਤਾਂ ਉਹਦੀ ਉੱਪਰਲੀ ਸਤ੍ਹਾ ਜਿਹੜੀ ਮਿੱਟੀ ਦੀ, ਉਹਦੀ ਅਦਲਾ ਬਦਲੀ ਹੁੰਦੀ ਹੈ, ਅਤੇ ਉਹਦੇ ਮਿੱਟੀ ਦੇ ਵਿੱਚ ਜਿਹੜੀ ਹਵਾ ਦੀ ਆਵਾਜਾਈ ਸਟਾਰਟ ਹੋ ਜਾਂਦੀ ਹੈ। ਉਹਦੇ ਦੇ ਵਿੱਚ ਜਿਹੜੇ ਮਾਈਕਰੋ ਔਰਗੈਨਿਜ਼ਮ ਨੇ ਉਹ ਬਾਖੂਬੀ ਆਪਣਾ ਕੰਮ ਪ੍ਰੋਪਰਲੀ ਕਰ ਸਕਦੇ ਆ। ਠੀਕ ਹੈ ਬੱਚੇ, ਚਲੋ। ਤੋ ਇਹਦੇ ਨਾਲ ਅਗਲਾ ਆਪਣਾ ਪੁਆਇੰਟ ਹੈਗਾ ਬੱਚੇ, ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਪੁਆਇੰਟਸ ਨੇ, ਪਹਿਲਾਂ ਉਹ ਨਾਲ ਦੀ ਨਾਲ ਦੇਖ ਲਈਏ। ਦਿਸ ਇਜ਼ ਇੰਪਲੀਮੈਂਟ ਇਜ਼ ਮੇਡ ਅਪ ਆਫ ਵੁੱਡ ਐਂਡ ਬਾਈ ਪੇਅਰ ਆਫ ਬੁਲਸ। ਇਹ ਬੱਚੇ ਪੁਰਾਣੇ ਸਮਿਆਂ ਦੇ ਵਿੱਚ ਗੱਲ ਹੁੰਦੀ ਸੀ ਕਿ ਇੱਕ ਲੋਹੇ ਦਾ ਇੱਕ ਪੀਸ ਹੁੰਦਾ ਸੀ ਅਤੇ ਉਹਨੂੰ ਬਲਦਾਂ ਦੇ ਨਾਲ ਲੱਕੜ ਲਗਾ ਕੇ ਬਲਦਾਂ ਦੇ ਨਾਲ ਜੋੜਿਆ ਜਾਂਦਾ ਸੀ, ਅਤੇ ਬਲਦ ਉਹਨੂੰ ਖਿੱਚਦੇ ਸੀਗੇ। ਜਿੱਦਾਂ ਇੱਧਰ ਫੋਟੋ ਬਣੀ ਹੋਈ ਆ ਬੱਚੇ, ਤੁਸੀਂ ਆਹ ਦੇਖ ਸਕਦੇ ਹੋ। ਤਾਂ ਇਹ ਪੁਰਾਣੇ ਸਮਿਆਂ 'ਚ ਹੁੰਦਾ ਸੀਗਾ, ਬਟ ਅੱਜ ਕੱਲ੍ਹ ਕੀ ਹੁੰਦਾ ਕਿ ਪ੍ਰੋਪਰ ਲੋਹੇ ਦਾ ਤਿਆਰ ਹੁੰਦਾ, ਪ੍ਰੋਪਰ ਲੋਹੇ ਦਾ ਤਿਆਰ ਹੁੰਦਾ, ਅਤੇ ਉਹਨੂੰ ਟਰੈਕਟਰ ਦੇ ਨਾਲ ਆਪਾਂ ਯੂਜ਼ ਕਰਦੇ ਹਾਂ। ਇਸ ਤਰ੍ਹਾਂ ਦੀ ਬੱਚੇ ਸ਼ੇਪ ਹੁੰਦੀ ਆ ਉਹਦੀ। ਆਈ ਨੋ ਤੁਹਾਨੂੰ ਪਤਾ ਹੋਏਗਾ ਪ੍ਰੋਪਰ। ਸੋ ਇਸ ਤਰ੍ਹਾਂ ਦੀ ਪ੍ਰੋਪਰ ਸ਼ੇਪ ਹੁੰਦੀ ਆ। ਇਸ ਤੋਂ ਅੱਗੇ ਇੱਧਰ ਟਰੈਕਟਰ ਜੋੜਿਆ ਹੁੰਦਾ। ਸੋ ਯੂ ਕੈਨ ਜਸਟ ਅੰਡਰਸਟੈਂਡ, ਜਸਟ ਫੋਰ ਐਗਜ਼ਾਮਪਲ ਹੀਅਰ। ਸੋ ਦਿਸ ਇਜ਼ ਅ ਟਰੈਕਟਰ ਐਂਡ ਉਹਦੇ ਨਾਲ ਹੜ ਹੁੰਦਾ ਵਾ। ਡਰਾਇੰਗ ਇੰਨੀ ਬੈਟਰ ਨਹੀਂ ਹੈਗੀ, ਬਟ ਤੁਸੀਂ ਇਹਨੂੰ ਸਮਝ ਸਕਦੇ ਹੋ। ਹਾਂਜੀ, ਤੋ ਲੋਹੇ ਦੇ ਹੜ ਤੁਸੀਂ ਦੇਖੇ ਹੀ ਹੋਣੇ ਅੱਜ ਕੱਲ੍ਹ। ਇਸ ਤੋਂ ਇਲਾਵਾ ਬੱਚੇ ਅੱਗੇ ਇਹਦੇ ਵਿੱਚ ਗੱਲ ਕੀਤੀ ਗਈ ਆ, ਅਤੇ ਜਿਹੜਾ ਇਹਦੇ ਵਿੱਚ ਕਹਿੰਦੇ ਕਿ ਆਪਾਂ ਉਹਦੇ ਉੱਪਰ ਪੁਰਾਣੇ ਸਮਿਆਂ 'ਚ ਲੱਕੜ ਦੇ ਜਿਹੜਾ ਪੀਸ ਹੁੰਦਾ ਸੀਗਾ, ਮਤਲਬ ਜਿਹਦਾ ਲੋਹੇ ਦਾ ਬਣਿਆ ਹੁੰਦਾ ਸੀ, ਉਹਨੂੰ ਪਲਫ ਸ਼ਾਫਟ ਬੋਲਦੇ। ਆਪਾਂ ਡਾਇਗਰਾਮ 'ਚ ਚਲੇ ਜਾਂਦੇ ਹਾਂ, ਤੁਹਾਨੂੰ ਡਾਇਗਰਾਮ ਤੋਂ ਜ਼ਿਆਦਾ ਕਲੀਅਰ ਹੋਏਗਾ। ਯੂ ਕੈਨ ਸੀ ਹੇਅਰ ਪਲਫ ਸ਼ਾਫਟ। ਦਿਸ ਜਿਹੜਾ ਲੱਕੜ ਦਾ ਲੌਂਗ ਪੀਸ ਆ ਨਾ ਬੱਚੇ, ਨੂੰ ਪਲਫ ਸ਼ਾਫਟ ਬੋਲਦੇ ਸੀਗੇ। ਜਿਹੜਾ ਕੱਟ ਕਰਦਾ ਸੀ ਜ਼ਮੀਨ ਦੇ ਵਿੱਚ, ਪੈਨੀਟ੍ਰੇਟ ਹੁੰਦਾ ਸੀ, ਉਹਨੂੰ ਬੋਲਦੇ ਸੀ ਪਲਫ ਸ਼ੇਅਰ। ਪਲਫ ਸ਼ੇਅਰ, ਪਲਫ ਸ਼ੇਅਰ। ਐਂਡ ਜਿਹੜਾ ਬਲਦਾਂ ਦੇ ਗਰਦਨ ਦੇ ਉੱਪਰ ਜਿਹੜਾ ਪੀਸ ਹੁੰਦਾ ਸੀ, ਦੈਟ ਇਜ਼ ਅ ਬੀਮ, ਦੈਟ ਇਜ਼ ਅ ਬੀਮ। ਤੈਨੂੰ ਨਾਮ ਕਲੀਅਰ ਹੋ ਗਿਆ ਬੱਚੇ? ਓਕੇ, MCQ ਵਿੱਚ ਮੇ ਵੀ ਇਹਦਾ ਕੁਐਸਚਨ ਆ ਸਕਦਾ, ਸੋ ਥੋੜ੍ਹਾ ਧਿਆਨ ਰੱਖਿਓ। ਓਕੇ ਬੱਚੇ, ਨੈਕਸਟ, ਵਟ ਇਜ਼ ਅ ਹੋ? ਇਟਸ ਪ੍ਰੋਨਾਂਸੀਏਸ਼ਨ ਇਜ਼ ਹੋ। ਹਾਈ ਹੋੜਾ, ਹੋ। ਓਕੇ, it is a simple tool which is used for removing weeds, for loosening the soil. It has a long rod wood or iron, a strong broad, a bent plate of iron is fixed. It was is of its one end. We can see the diagram in the next page. You can see here, this is a hoe. I hope ਤੁਸੀਂ ਪ੍ਰੋਪਰ ਦੇਖ ਕੇ ਸਮਝ ਆ ਗਿਆ ਹੋਏਗਾ ਬੱਚੇ। ਇਹਦੇ ਵਿੱਚ ਇੱਕ ਗ੍ਰਿਪ ਹੁੰਦੀ ਆ, ਇੱਕ ਹੈਂਡਲ ਹੁੰਦਾ ਹੈ, ਇੱਕ ਬੀਮ ਹੁੰਦਾ ਜਿਹੜਾ ਅਗਲਾ ਪਰਸਨ ਉਹਨੂੰ ਖਿੱਚਦਾ, ਅਤੇ ਇੱਕ ਰੋਡ ਹੁੰਦੀ ਆ। ਜੇ ਮੈਂ ਬਿਲਕੁਲ ਸਿੰਪਲ ਸ਼ਬਦਾਂ 'ਚ ਕਹਾਂ, ਜੇ ਅਗਰ ਤੁਹਾਡੇ ਆਪਣੇ ਪਾਪਾ ਤੋਂ ਇਹ ਬੱਚੇ ਪੁੱਛ ਕੇ ਦੇਖਿਓ, ਘਰਾਂ ਵਿੱਚ ਹੁੰਦੀ ਆ ਮੁੰਨੀ ਕਹਿੰਦੇ ਹੈਗੇ ਇਹਨੂੰ। ਇਹਨੂੰ ਅਗਰ ਪਿਓਰ ਪੰਜਾਬੀ 'ਚ ਆਪਾਂ ਇਹਦਾ ਸ਼ਬਦ ਦਾ ਨਾਮ ਲਈਏ, ਮੁੰਨੀ। ਆਮ ਤੌਰ 'ਤੇ ਘਰਾਂ ਵਿੱਚ ਛੋਟੀਆਂ ਛੋਟੀਆਂ ਸਬਜ਼ੀਆਂ, ਜਿੱਦਾਂ ਆਪਾਂ ਘਰਾਂ 'ਚ ਕਿਆਰੀਆਂ ਵਗੈਰਾ ਹੁੰਦੀਆਂ, ਅਤੇ ਉਹਨੂੰ ਪ੍ਰੋਪਰ ਉਹਦੀ ਪ੍ਰੈਪਰੇਸ਼ਨ ਕਰਨ ਦੇ ਲਈ ਆਪਾਂ ਇਹਦਾ ਇਸਤੇਮਾਲ ਕਰਦੇ ਹਾਂ। ਓਕੇ ਬੱਚੇ, ਕਈਆਂ ਘਰਾਂ ਦੇ ਵਿੱਚ ਅੱਜ ਵੀ ਹੋਏਗੀ, ਮੁੰਨੀ ਕਹਿੰਦੇ ਇਹਨੂੰ। ਠੀਕ ਹੈ, ਇਹਦੇ ਵਿੱਚ ਇੱਕ ਜਿਹੜਾ ਪੀਸ ਹੁੰਦਾ ਜਿਹੜਾ ਖੇਤ ਨੂੰ ਵਾਹੁਣ ਦੇ ਵਿੱਚ, ਛੋਟੇ ਛੋਟੇ ਖੇਤਾਂ ਨੂੰ ਵਾਹੁਣ ਵਿੱਚ ਹੈਲਪ ਕਰਦਾ। ਠੀਕ ਹੈ, ਓਕੇ, ਤੋ ਜੇ ਗੱਲ ਕਲੀਅਰ ਹੋ ਗਈ ਹੋਣੀ ਹੈ ਤੁਹਾਨੂੰ। ਹੁਣ ਆਪਾਂ ਇਸ ਤੋਂ ਅੱਗੇ ਚੱਲੀਏ। ਵਟ ਇਜ਼ ਅ ਕਲਟੀਵੇਟਰ? ਬੱਚੇ ਕਲਟੀਵੇਟਰ ਦਾ ਮਤਲਬ ਹੁੰਦਾ ਕਿ ਜਿਹੜਾ ਜ਼ਮੀਨ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਜਿਹੜਾ ਵਾਹੁਣ 'ਚ ਮਤਲਬ ਮਦਦ ਕਰਦਾ। ਦੇਖੋ ਪਲਫਿੰਗ ਵਿੱਚ ਕੀ ਸੀ, ਆਪਾਂ ਉਹਦੀ ਪ੍ਰੈਪਰੇਸ਼ਨ ਕਰਨੀ ਆ, ਮਿੱਟੀ ਦੀ ਪ੍ਰੈਪਰੇਸ਼ਨ ਕਰਨੀ ਆ, ਨੀਰ ਵਗੈਰਾ ਬਾਹਰ ਕੱਢਣੇ, ਪ੍ਰੋਪਰ ਉਹਨੂੰ ਪ੍ਰਪੇਅਰ ਕਰਨਾ ਆਪਣਾ ਖੇਤ ਨੂੰ, ਉਹਨੂੰ ਆਪਾਂ ਕਹਿੰਦੇ ਹਾਂ ਪਲਫਿੰਗ। ਤਾਂ ਕਲਟੀਵੇਟਰ ਦੇ ਵਿੱਚ ਕੀ ਹੁੰਦਾ, ਜਿਹੜਾ ਆਹ ਵਾਲਾ ਪੀਸ ਆ,
ਆਹ ਵਾਲਾ ਪੀਸ ਆ ਜਿਹੜਾ ਜਿਹਨੂੰ ਆਪਾਂ ਸਪੈਸ਼ਲੀ ਕਲਟੀਵੇਟਰ ਫਾਰਮ 'ਚ ਕਹਿੰਦੇ ਹਾਂ, ਸਪੈਸ਼ਲੀ ਕਲਟੀਵੇਟਰ ਕਹਿੰਦੇ ਆ ਇਹਨੂੰ, ਠੀਕ ਹੈ, ਸਪੈਸ਼ਲੀ। ਤੋ ਪਲੱਫ ਦੇ ਵਿੱਚ ਕੀ ਸੀ ਕਿ ਆਪਾਂ ਖੇਤ ਦੀ ਪ੍ਰਪੇਅਰ ਕਰਦੇ ਹਾਂ, ਪ੍ਰੋਪਰ ਖੇਤ ਦੀ ਮਿੱਟੀ ਨੂੰ ਸੌਫਟ ਕਰਦੇ ਹਾਂ, ਅਤੇ ਇਹ ਦਿਸ ਇਜ਼ ਅ ਪ੍ਰੋਪਰਲੀ ਨੋਨ ਐਜ਼ ਅ ਕਲਟੀਵੇਟਰ। ਤੋ ਕਲਟੀਵੇਟਰ ਨਾਲ ਕੀ ਹੁੰਦਾ, ਵੀਡਸ ਨੂੰ ਬਾਹਰ ਕੱਢਿਆ ਜਾਂਦਾ ਵਾ, ਜਾਂ ਹੋਰ ਖੇਤ ਦੇ ਵਿੱਚ ਜਿਹੜਾ ਲੈਵਲ ਹੁੰਦਾ ਉਹਨੂੰ ਬਰਾਬਰ ਕੀਤਾ ਜਾਂਦਾ ਵਾ। ਅਗਰ ਮਿੱਟੀ ਬਹੁਤ ਜ਼ਿਆਦਾ ਹਾਰਡ ਆ ਉਹਨੂੰ ਸੌਫਟ ਕਰਨ ਵਿੱਚ ਮਦਦ ਕੀਤੀ ਜਾਂਦੀ ਆ। ਸੋ ਤੁਸੀਂ ਪਲੱਫ ਅਤੇ ਕਲਟੀਵੇਟਰ ਦੇ ਪੁਆਇੰਟਸ ਨੂੰ ਮਿਕਸ ਵੀ ਕਰ ਸਕਦੇ ਹੋ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਇੱਥੇ। ਇਸ ਹੱਲ ਨੂੰ ਹੀ ਕਲਟੀਵੇਟਰ ਕਿਹਾ ਗਿਆ, ਇਸ ਚੀਜ਼ ਦਾ ਧਿਆਨ ਰੱਖਿਓ, ਨੀਚੇ ਲਾਈਨ ਧਿਆਨ ਨਾਲ ਪੜ੍ਹੋ। ਅ ਕਲਟੀਵੇਟਰ ਇਜ਼ ਡਰਿਵਨ ਬਾਈ ਅ ਟਰੈਕਟਰ, ਟਰੈਕਟਰ ਦੇ ਦੁਆਰਾ ਕਲਟੀਵੇਟਰ ਨੂੰ ਖਿੱਚਿਆ ਜਾ ਰਿਹਾ ਵਾ। ਇੱਥੇ ਕੋਈ ਬੱਚੇ ਕਨਫਿਊਜ਼ ਨਾ ਹੋਇਓ, ਓਕੇ ਬੱਚੇ। ਚਲਿਏ, ਨਾਓ ਇਟ ਇਜ਼ ਪਲਫਿੰਗ ਇਜ਼ ਡਨ ਬਾਈ ਟਰੈਕਟਰ ਡਰਿਵਰ ਕਲਟੀਵੇਟਰ। ਦੇਖੋ ਉਹੀ ਗੱਲ ਹੋ ਗਈ ਨਾ, ਅੱਜ ਕੱਲ੍ਹ ਜਿਹੜੀ ਪਲਫਿੰਗ ਆ ਉਹ ਕਲਟੀਵੇਟਰ ਨਾਲ ਹੁੰਦੀ ਹੈ। ਦ ਯੂਜ਼ ਆਫ ਕਲਟੀਵੇਟਰ ਸੇਵਸ ਲੇਬਰ ਐਂਡ ਟਾਈਮ। ਅੱਗੇ ਕੰਮ ਕਰਨ ਲਈ ਕਾਫੀ ਸਾਰੇ ਬੰਦਿਆਂ ਦੀ ਲੋੜ ਪੈਂਦੀ ਸੀ, ਬਟ ਹੁਣ ਉਹਦੀ ਲੋੜ ਇੰਨੀ ਨਹੀਂ ਪੈਂਦੀ ਹੈਗੀ। ਅੱਗੇ ਚੱਲੀਏ ਬੱਚੇ, ਵਟ ਇਜ਼ ਅ ਸੋਇੰਗ। ਸੋਇੰਗ ਦਾ ਮਤਲਬ ਹੁੰਦਾ ਬੱਚੇ ਬੀਜ ਬੀਜਣਾ, ਬੀਜ ਬੀਜਣਾ, ਓਕੇ। ਤੋ ਸੋਇੰਗ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਆਫ ਕਰੋਪ ਪ੍ਰੋਡਕਸ਼ਨ ਬਿਫੋਰ ਸੋਇੰਗ। ਇਹ ਜਿਹੜੇ ਬੱਚੇ ਕੁਝ ਕੁਐਸਚਨ ਆਨਸਰਸ ਨੇ ਉਹ ਜਿੱਦਾਂ ਹੀ ਆਪਾਂ ਹੋਮਵਰਕ 'ਤੇ ਜਾਵਾਂਗੇ ਉਹਦੇ ਵਿੱਚੋਂ ਤੁਹਾਨੂੰ ਇਹਦੇ ਵਿੱਚ ਇੱਥੇ ਆ ਕੇ ਟਿਕ ਲਵਾਉਂਗਾ ਕਿ ਇੱਥੋਂ ਇੱਥੇ ਤੱਕ ਇਹਦਾ ਆਨਸਰ ਆ। ਤੋ ਚਲੋ, ਬਿਫੋਰ ਸੋਇੰਗ ਗੁੱਡ ਕੁਆਲਿਟੀ ਸੀਡਸ ਆਰ ਸਿਲੈਕਟਡ, ਗੁੱਡ ਕੁਆਲਿਟੀ ਸੀਡਸ ਆਰ ਕਲੀਨ ਹੈਲਦੀ ਸੀਡ ਆਫ ਗੁੱਡ ਵੇਰਾਈਟੀ, ਫਾਰਮਰਸ ਰੈਫਰ ਟੂ ਯੂਜ਼ ਸੀਡਸ ਵਿਚ ਕੇ ਹਾਈ ਜ਼ੀਲਡ। ਕਹਿੰਦੇ ਵਧੀਆ ਬੀਜ ਬੀਜਣਾ ਬਹੁਤ ਜ਼ਰੂਰੀ ਆ, ਵਧੀਆ ਬੀਜ ਆਪਾਂ ਬੀਜਾਂਗੇ ਤਾਂ ਵਧੀਆ ਫਸਲ ਹੋਏਗੀ। ਓਕੇ ਬੱਚੇ, ਵਧੀਆ ਬੀਜ ਬੀਜਾਂਗੇ ਅਤੇ ਵਧੀਆ ਫਸਲ ਹੋਏਗੀ। ਤੋ ਇਸ ਕਰਕੇ ਆਪਾਂ ਇਹਨੂੰ ਕਹਿੰਦੇ ਹਾਂ ਕਿ ਇਹ ਇੱਕ ਇੰਪੋਰਟੈਂਟ ਪਾਰਟ ਆ ਖੇਤੀਬਾੜੀ ਦਾ, ਠੀਕ ਹੈ। ਉਸ ਤੋਂ ਬਾਅਦ ਦ ਸਿਲੈਕਸ਼ਨ ਆਫ ਵੀਟ। ਇਹਦੇ ਵਿੱਚ ਕੁਝ ਸ਼ਬਦ ਅਗਰ ਤੁਸੀਂ ਦੇਖੋ ਕਿ ਕੋਈ ਟਫ ਸ਼ਬਦ ਹੈ ਬੱਚੇ, ਨਹੀਂ, ਸਾਰੇ ਈਜ਼ੀ ਸ਼ਬਦ ਨੇ। ਗੁੱਡ ਕੁਆਲਿਟੀ ਮਤਲਬ ਵਧੀਆ ਕੁਆਲਿਟੀ ਦਾ ਬੀਜ, ਉਸ ਤੋਂ ਇਲਾਵਾ ਹੈਲਦੀ ਮਤਲਬ ਬੀਜ ਆ ਜਿਹੜਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ, ਕੋਈ ਬੈਕਟੀਰੀਅਲ ਜਾਂ ਕੋਈ ਵਾਇਰਸ ਦਾ ਉਹਦੇ 'ਤੇ ਅਟੈਕ ਨਹੀਂ ਹੋਣਾ ਚਾਹੀਦਾ। ਇੱਥੇ ਵਰਾਇਟੀ ਦਾ ਮਤਲਬ ਅਤੇ ਬੱਚੇ ਅਲੱਗ-ਅਲੱਗ ਅਤੇ ਵਧੀਆ ਵਧੀਆ ਕਿਸਮਾਂ, ਵਰਾਇਟੀ ਮਤਲਬ ਕਿਸਮਾਂ। ਐਂਡ ਜ਼ੀਲਡ ਦਾ ਮਤਲਬ ਹੁੰਦਾ ਵਾ ਪੈਦਾਵਾਰ, ਜ਼ੀਲਡ ਮਤਲਬ ਹੁੰਦਾ ਪੈਦਾਵਾਰ। ਹਾਂਜੀ, ਤੋ ਨੈਕਸਟ ਬੱਚੇ ਆਪਣੇ ਕੋਲ ਆ ਗਿਆ ਸਿਲੈਕਸ਼ਨ ਆਫ ਸੀਡ। ਸਿਲੈਕਸ਼ਨ ਆਫ ਸੀਡ ਕਿਸ ਤਰ੍ਹਾਂ ਹੁੰਦੀ ਹੈ, ਆਓ ਬੱਚੇ ਅੱਗੇ ਚੱਲੀਏ। ਸਿਲੈਕਸ਼ਨ ਆਫ ਸੀਡ ਦਾ ਬੱਚੇ ਸਭ ਤੋਂ ਵਧੀਆ ਇੱਕ ਬੈਸਟ ਤਰੀਕਾ ਹੁੰਦਾ, ਆਰ ਦੇਅਰ ਸੀਡਸ ਵਿਚ ਫਲੋਟ ਔਨ ਦੀ ਵਾਟਰ ਵੁੱਡ ਦਸ ਬੀ ਲਾਈਟਰ ਔਰ ਹੈਵੀਅਰ ਦੈਨ ਦਸ ਵਿਚ ਸਿੰਕ। ਵਾਈ ਵੁੱਡ ਦੇ ਬੀ ਲਾਈਟਰ? ਡੈਮੇਜ ਸੀਡਸ ਬਿਕਮ ਹੋਲੋ ਐਂਡ ਆਰ ਦਸ ਲਾਈਟਰ, ਦੇਅਰਫੋਰ ਦੇ ਫਲੋਟ ਔਨ ਦੀ ਵਾਟਰ। ਇਹ ਬੱਚੇ ਤੁਹਾਡਾ ਇੱਕ ਕੁਐਸਚਨ ਵੀ ਆ, ਠੀਕ ਹੈ। ਆਪਾਂ ਇਸ ਪੈਰੇ 'ਚ ਦੁਬਾਰਾ ਫਿਰ ਆਵਾਂਗੇ, ਇਹ ਤੁਹਾਡਾ ਇੱਕ ਕੁਐਸਚਨ ਦਾ ਆਨਸਰ ਵੀ ਆ। ਕਹਿੰਦੇ ਜਿਹੜੇ ਬੀਜ, ਹੁਣ ਇਹਦਾ ਬੱਚੇ ਮਤਲਬ ਸਮਝ, ਜਿਹੜੇ ਬੀਜ ਕਹਿੰਦੇ ਖਰਾਬ ਹੁੰਦੇ ਆ, ਮੰਨ ਲਓ ਇੱਕ ਗਲਾਸ ਆ, ਇਸ ਗਲਾਸ 'ਚ ਆਪਾਂ ਪਾਣੀ ਪਾਇਆ, ਠੀਕ ਆ, ਵਾਟਰ ਪਾਇਆ, ਇਹਦੇ ਵਿੱਚ ਤੁਸੀਂ ਕੁਝ ਕੁ ਸੀਡ ਪਾ ਦਿੱਤੇ, ਕੁਝ ਸੀਡ ਆਪਾਂ ਇਹਦੇ ਵਿੱਚ ਪਾ ਦਿੱਤੇ। ਸਮ ਸੀਡਸ ਆਰ ਐਟ ਬਾਟਮ, ਕੁਝ ਕੁ ਸੀਡ ਆ ਬੱਚੇ ਜਿਹੜੇ ਬਾਟਮ 'ਤੇ ਨੇ, ਮਤਲਬ ਜਿਹੜੇ ਥੱਲੇ ਆ, ਨੀਚੇ ਆ, ਅਤੇ ਕੁਝ ਕੁ ਸੀਡ ਉੱਪਰ ਨੇ, ਫਲੋਟ ਕਰ ਰਹੇ ਆ। ਹੁਣ ਇਹਨਾਂ ਵਿੱਚੋਂ ਵਧੀਆ ਸੀਡ ਕਿਹੜੇ ਆ, ਆਪਾਂ ਕਿੱਦਾਂ ਪਤਾ ਕਰਾਂਗੇ ਇਹਨਾਂ ਵਿੱਚੋਂ ਵਧੀਆ ਸੀਡ ਕਿਹੜੇ ਆ? ਤਾਂ ਬੱਚੇ ਯਾਦ ਰੱਖਿਓ ਕਿ ਵਧੀਆ ਸੀਡ ਜਿਹੜੇ ਹੁੰਦੇ ਨੇ ਉਹ ਨੀਚੇ ਹੁੰਦੇ ਆ, ਗੁੱਡ ਸੀਡਸ, ਐਂਡ ਦਿਸ ਵਿਲ ਬੀ ਯੈਸ ਡੈਮੇਜਡ ਸੀਡ। ਜਿਹੜਾ ਆਪਾਂ ਇੱਥੇ ਸ਼ਬਦ ਯੂਜ਼ ਕਰਾਂਗੇ ਡੈਮੇਜਡ ਸੀਡ, ਓਕੇ, ਪਲੂਰਲ ਕਰ ਲਓ, ਡੈਮੇਜਡ ਸੀਡਸ। ਕਲੀਅਰ ਬੱਚੇ? ਜਿਹੜੇ ਬੀਜ ਖਰਾਬ ਹੋਣਗੇ ਉਹ ਉੱਪਰ ਹੋਣਗੇ, ਪਾਣੀ ਦੇ ਉੱਪਰ ਤੈਰਨ ਲੱਗ ਜਾਣਗੇ, ਕਿਉਂਕਿ ਉਹ ਵਿੱਚੋਂ ਖਾਲੀ ਹੋ ਜਾਂਦੇ ਨੇ, ਇਨਫੈਕਸ਼ਨ ਕਰਕੇ, ਬੈਕਟੀਰੀਆ ਕਰਕੇ, ਵਾਇਰਸ ਕਰਕੇ, ਕਿਸੇ ਬਿਮਾਰੀ ਕਰਕੇ ਵਿੱਚੋਂ ਖਾਲੀ ਹੋ ਜਾਂਦੇ ਆ। ਉਹਨਾਂ ਦੀ ਜਿਹੜੀ ਡੈਂਸਿਟੀ ਆ ਘੱਟ ਜਾਂਦੀ ਆ। ਡੈਂਸਿਟੀ ਮਤਲਬ ਉਹਨਾਂ ਦੀ ਜਿਹੜੀ ਸੰਘਣਤਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਘਣਤਾ, ਲਾਈਕ ਉਹ ਉਹਨਾਂ ਦੀ ਘੱਟ ਜਾਂਦੀ ਹੈ, ਠੀਕ ਹੈ। ਓਕੇ, ਅੱਗੇ ਚੱਲੀਏ ਬੱਚੇ। ਟਰਡੀਸ਼ਨਲ ਟੂਲ, ਆਮ ਤੌਰ 'ਤੇ ਕਿਹੜੇ ਟੂਲਸ ਆ ਜਿਹੜੇ ਮਤਲਬ ਜਿਹੜੇ ਜ਼ਮੀਨ ਨੂੰ ਵਾਹੀ ਕਰਨ ਲਈ ਵਰਤੇ ਜਾਂਦੇ ਸਨ? ਦ ਟੂਲਸ ਯੂਜ਼ਡ ਟਰਡੀਸ਼ਨਲੀ ਫॉर। ਬੱਚੇ ਟਰਡੀਸ਼ਨਲ ਦਾ ਮਤਲਬ ਹੁੰਦਾ ਆਮ ਤੌਰ 'ਤੇ ਪੁਰਾਣੇ ਸਮਿਆਂ ਤੋਂ ਜਿਹੜੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ, ਸੱਭਿਆਚਾਰਕ ਤੌਰ 'ਤੇ, ਮਤਲਬ ਜਿਹੜੀ ਚੀਜ਼ਾਂ ਮਤਲਬ ਪੁਰਾਣੇ ਪੀੜ੍ਹੀਆਂ ਤੋਂ ਚੱਲਦੀਆਂ ਆ ਰਹੀਆਂ ਨੇ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਟਰਡੀਸ਼ਨਲ।
ਫॉर ਸੋਇੰਗ ਸੀਡ ਇਜ਼ ਅ ਸ਼ੇਪਿੰਗ ਅ ਲਾਰਜ ਫਨਲ। ਹੁਣ ਇਹ ਬੱਚੇ ਤੁਸੀਂ ਦੇਖੋ, ਮੈਂ ਪਿੱਛੇ ਇੱਕ ਗੱਲ ਕੀਤੀ ਸੀ, ਮੁੰਨੀ ਦੀ ਗੱਲ ਕੀਤੀ ਸੀ, ਇਹ ਉਹਦੀ ਹੀ ਕਿਸਮ ਆ, ਇਹ ਵੀ ਮੁੰਨੀ ਹੀ ਆ। ਠੀਕ ਹੈ, ਤੁਸੀਂ ਇੱਕ ਚੀਜ਼ ਸ਼ਾਇਦ ਘਰੇ ਨੋਟ ਕਰੋਗੇ, ਸੀ ਹੀਅਰ, ਇੱਦਾਂ ਦੀ ਬੱਚੇ ਇੱਕ ਸਟਰਕਚਰ ਹੁੰਦੀ ਆ, ਜਸਟ ਵੇਟ, ਇਸ ਤਰ੍ਹਾਂ ਦੀ। ਆਈ ਹੋਪ ਆਪਣੇ ਘਰ ਜ਼ਰੂਰ ਦੇਖਿਓ, ਹੋਏਗਾ ਮੇ ਬੀ, ਇਸ ਤਰ੍ਹਾਂ ਦੀ ਇੱਕ ਸਟਰਕਚਰ ਆ। ਤਾਂ ਬੱਚੇ ਕੀ ਹੁੰਦਾ ਇਹਦੇ ਵਿੱਚ, ਇੱਥੇ ਦੋ ਪਰਸਨ ਦੀ ਲੋੜ ਪੈਂਦੀ ਆ। ਇੱਕ ਪਰਸਨ ਸਾਹਮਣੇ ਹੁੰਦਾ ਜਿਹੜਾ ਇਹਨੂੰ ਖਿੱਚਦਾ ਵਾ, ਠੀਕ ਹੈ, ਇਸ ਸਾਈਡ ਨੂੰ ਫਾਰਵਰਡ ਬੰਦਾ ਖਿੱਚੇਗਾ, ਇਸ ਸਾਈਡ ਨੂੰ ਦੂਸਰਾ ਪਰਸਨ ਇਹਦੇ ਵਿੱਚ ਜਿਹੜਾ ਬੀਜ ਆ ਉਹ ਪੁੱਟ ਕਰਦਾ ਰਹਿੰਦਾ, ਅਤੇ ਬੀਜ ਇੱਥੋਂ ਡਾਇਰੈਕਟ ਇੱਥੋਂ ਬੀਜ ਜ਼ਮੀਨ ਦੇ ਨੀਚੇ ਮਤਲਬ ਪੁੱਟ ਹੁੰਦਾ ਜਾਂਦਾ। ਗੱਲ ਸਮਝ ਗਏ ਹੋ ਨਾ? ਇਹ ਪਰਸਨ ਦਾ ਮੂੰਹ ਇਸ ਸਾਈਡ ਨੂੰ ਆ, ਅਤੇ ਇਹ ਪਰਸਨ ਇਹਨੂੰ ਖਿੱਚੇਗਾ ਫਾਰਵਰਡ, ਅਤੇ ਇਹ ਪਰਸਨ ਆ ਜਿਹੜਾ ਇਹ ਕੰਟੀਨਿਊਸਲੀ ਇਹਦੇ ਵਿੱਚ ਬੀਜ ਥੋੜ੍ਹਾ ਬੀਜ ਪਾਉਂਦਾ ਜਾਏਗਾ, ਅਤੇ ਜਿੱਥੋਂ ਇਹਨਾਂ ਨੇ ਸਟਾਰਟ ਕੀਤਾ ਐਂਡ ਤੱਕ ਜਿਹੜਾ ਖੇਤ ਪੂਰੇ ਦੇ ਵਿੱਚ ਬੀਜ ਪੈ ਜਾਏਗਾ। ਤੋ ਇਹ ਟਰੈਡੀਸ਼ਨਲ ਮੈਥਡ ਆ। ਆਈ ਹੋਪ ਸਮਝ ਗਏ ਹੋਵੋਗੇ। ਤੋ ਠੀਕ ਆ ਬੱਚੇ, ਆਪਾਂ ਅੱਗੇ ਚੱਲੀਏ ਹੁਣ ਥੋੜ੍ਹਾ ਜਿਹਾ। ਓਕੇ, ਇਹਦੇ ਤਾਂ ਬਿਲਕੁਲ ਹੀ ਕਲੀਅਰ ਹੋ ਗਿਆ ਹੋਣਾ, ਬਟ ਫਿਰ ਵੀ ਮੈਨੂੰ ਅਲੱਗ ਤੋਂ ਇਹਦੇ ਵਿੱਚ ਇਹਨਾਂ ਨੇ ਬਲਦਾਂ ਨਾਲ ਆਪਾਂ ਨੂੰ ਸ਼ੋਅ ਕੀਤਾ ਵਾ, ਕਿਉਂਕਿ ਬਲਦਾਂ ਨਾਲ ਵੀ ਹੁੰਦਾ, ਅਤੇ ਜਿਹੜੇ ਛੋਟੇ ਲੈਵਲ 'ਤੇ ਆਪਾਂ ਘਰਾਂ 'ਚ ਕਰਦੇ ਹਾਂ ਉਹਨੂੰ ਆਪਾਂ ਬਾਏ ਪਰਸਨ, ਕਿਸੇ ਵੀ ਪਰਸਨ ਦੁਆਰਾ ਖਿੱਚਿਆ ਜਾ ਸਕਦਾ। ਹਾਂਜੀ ਬੱਚੇ, ਨਾਓ ਅੱਜ ਕੱਲ੍ਹ ਇੱਕ ਗੱਲ ਹੋਰ ਬੱਚੇ ਧਿਆਨ ਨਾਲ ਸੁਣੋ। ਵੈਸੇ ਇਹ ਕਲਟੀਵੇਟਰ ਆ, ਬਟ ਕੁਝ ਕੁ ਕਲਟੀਵੇਟਰ ਆ ਜਿਹੜੇ ਉਹ ਸੀਡ ਡਰਿਲਿੰਗ ਦਾ ਵੀ ਕੰਮ ਕਰਦੇ ਨੇ। ਅੰਡਰਸਟੈਂਡ, ਕੁਝ ਕੁ ਕਲਟੀਵੇਟਰ ਆ ਸੀਡ ਬੀਜਣ ਦਾ ਵੀ ਕੰਮ ਕਰਦੇ ਆ। ਸੀਡ ਡਰਿਲ ਦਾ ਮਤਲਬ ਕੀ ਹੁੰਦਾ? ਸੀਡ ਨੂੰ ਬੀਜਣਾ, ਬੀਜ ਨੂੰ ਬੀਜਣਾ। ਠੀਕ ਹੈ, ਇਹਦੇ ਵਿੱਚ ਬੱਚੇ ਬੀਜ ਨੂੰ ਪਾਇਆ ਜਾਂਦਾ, ਤਾਂ ਬੀਜ ਆ ਜਿਹੜਾ ਇੱਥੋਂ ਆਟੋਮੈਟਿਕਲੀ ਇਹਦੇ ਵਿੱਚ ਡਿਸਟਰੀਬਿਊਟ ਹੋ ਜਾਂਦਾ। ਠੀਕ ਹੈ, ਥੋੜ੍ਹੀ ਮਾਤਰਾ ਦੇ ਵਿੱਚ ਡਿਸਟਰੀਬਿਊਟ ਹੋ ਜਾਂਦਾ, ਬਟ ਕਈ ਵਾਰੀ ਇਹਦੀਆਂ ਕੁਝ ਖਾਮੀਆਂ ਨੇ ਕਿ ਕਿਤੇ ਬੀਜ ਜ਼ਿਆਦਾ ਪੈ ਗਿਆ, ਕਿਤੇ ਘੱਟ ਪੈ ਗਿਆ, ਕਿਤੇ ਨਾ ਕਿਤੇ ਪ੍ਰੋਬਲਮ ਵੀ ਸੀ। ਕਿ ਇਸ ਕਰਕੇ ਨਵੀਂ ਟੈਕਨੋਲੋਜੀ ਆ ਗਈ, ਹੁਣ ਨਵੀਂ ਟੈਕਨੋਲੋਜੀ ਆ ਗਈ ਹੈ। ਠੀਕ ਹੈ, ਚਲੋ, ਤੋ ਦੇਖੋ, ਨਾਓ ਅ ਡੇਜ਼ ਸੀਡ ਡਰਿਲਸ ਇਟ ਇਜ਼ ਯੂਜ਼ ਫॉर ਸੋਇੰਗ ਵਿਦ ਦੀ ਹੈਲਪ ਆਫ ਟਰੈਕਟਰ। ਦਿਸ ਟੂਲਸ ਮਤਲਬ ਅੱਜ ਕੱਲ੍ਹ ਵੀ ਇਹਦਾ ਯੂਜ਼ ਕੀਤਾ, ਬਟ ਉਸ ਟੈਕਨੋਲੋਜੀ ਨੂੰ ਥੋੜ੍ਹਾ ਹੋਰ ਬੈਟਰ ਕਰ ਦਿੱਤਾ ਗਿਆ ਵਾ। ਉਹਦੇ ਵਿੱਚ ਬੀਜ ਦੀ ਕੁਆਂਟਿਟੀ ਨੂੰ ਇੱਕ ਸਹੀ ਤਰੀਕੇ ਨਾਲ ਪਾਉਣ ਦਾ ਉਹਦੇ ਵਿੱਚ ਸਿਸਟਮ ਫਿੱਟ ਕੀਤਾ ਗਿਆ। ਦਿਸ ਟੂਲਸ ਸੋਜ਼ ਦ ਸੀਡ ਯੂਨੀਫਾਰਮਲੀ ਦਾ ਮਤਲਬ ਕੀ ਹੁੰਦਾ ਬੱਚੇ? ਬਰਾਬਰ ਮਾਤਰਾ। ਯੂਨੀਫਾਰਮਲੀ ਮਤਲਬ ਬਰਾਬਰ ਮਾਤਰਾ ਦੇ ਵਿੱਚ। ਠੀਕ ਹੈ, ਅੱਜ ਕੱਲ੍ਹ ਖੇਤੀ ਇਹਦੇ ਨਾਲ ਹੀ ਹੁੰਦੀ ਹੈ, ਬਰਾਬਰ ਮਾਤਰਾ ਵਿੱਚ ਬੀਜ ਬੀਜਿਆ ਜਾਂਦਾ, ਨਾ ਘੱਟ ਨਾ ਵੱਧ। ਓਕੇ, ਐਟ ਪ੍ਰੋਪਰ ਡਿਸਟੈਂਸ ਐਟ ਐਂਡ ਡੈਪਥ, ਪ੍ਰੋਪਰ ਡੂੰਘਾਈ ਦੇ ਵਿੱਚ, ਨਾ ਜ਼ਮੀਨ ਖੇਤ ਦੇ ਬਹੁਤਾ ਉੱਪਰ, ਨਾ ਖੇਤ ਦੇ ਬਹੁਤਾ ਨੀਚੇ, ਸਹੀ ਡੂੰਘਾਈ ਦੇ ਵਿੱਚ ਉਹਨੂੰ ਬੀਜਿਆ ਜਾਂਦਾ। ਇਟ ਇਨਸ਼ਿਓਰਸ ਦ ਸੀਡਸ ਗੈਟ ਕਵਰਡ ਬਾਈ ਦੀ ਸੋਇਲ ਆਫਟਰ ਸੋਇੰਗ। ਇਹਦੇ ਉੱਤੇ ਇੱਕ ਨਾਲ ਦੀ ਨਾਲ ਮਿੱਟੀ ਉਹਦੇ ਉੱਪਰ ਪੈਂਦੀ ਜਾਂਦੀ ਆ। ਦਿਸ ਪ੍ਰੀਵੈਂਟਸ ਡੈਮੇਜ ਕਾਜ਼ਡ ਬਾਈ ਬਰਡਸ। ਅਗਰ ਸੀਡ ਖੇਤ ਦੇ ਉੱਪਰ ਰਹੇਗਾ ਤਾਂ ਉਹਨੂੰ ਪੰਛੀ ਚੁੱਕ ਕੇ ਲੈ ਜਾਣਗੇ, ਇਸ ਕਰਕੇ ਉਹਦੇ ਉੱਪਰ ਹਲਕੀ ਜਿਹੀ ਮਿੱਟੀ ਜ਼ਰੂਰੀ ਆ। ਸੋਇੰਗ ਬਾਈ ਯੂਜ਼ਿੰਗ ਸੀਡ ਡਰਿਲ ਸੇਵਸ ਟਾਈਮਸ ਐਂਡ ਲੇਬਰ। ਤਾਂ ਇਸ ਤਰੀਕੇ ਨਾਲ ਜ਼ਿਆਦਾ ਬੰਦਿਆਂ ਦੀ ਲੋੜ ਵੀ ਨਹੀਂ ਪੈਂਦੀ। ਬੱਚੇ ਇੱਕ ਓਬਵੀਅਸ ਗੱਲ ਹੈ, ਜਿੱਥੇ ਇੱਕ ਮਸ਼ੀਨ ਕੰਮ ਕਰਦੀ ਉੱਥੇ ਬਾਕੀ ਪਰਸਨਸ ਦੀ ਲੋੜ ਹੀ ਨਹੀਂ ਪੈਂਦੀ। ਜੇ ਬੱਚੇ ਕਿਤੇ 10 ਪਰਸਨ ਕੰਮ ਕਰਦੇ ਨੇ, ਮੰਨ ਲਓ ਉੱਥੇ ਇੱਕ ਮਸ਼ੀਨ ਕੰਮ ਕਰ ਰਹੀ ਹੈ ਅਤੇ 10 ਪਰਸਨ ਤਾਂ ਗਏ ਨਾ, ਉੱਥੇ ਲੇਬਰ ਅਤੇ ਟਾਈਮ ਦੀ ਬੱਚਤ ਹੋ ਜਾਂਦੀ ਹੈ। ਠੀਕ ਹੈ, ਤੋ ਚਲੋ ਨੈਕਸਟ ਆ ਜੀ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰ। ਵਟ ਆਰ ਮੈਨਿਓਰ ਐਂਡ ਫਰਟੀਲਾਈਜ਼ਰ? ਬੱਚੇ ਮੈਨਿਓਰ ਦਾ ਮਤਲਬ ਹੁੰਦਾ, ਇਟਸ ਮੈਨਿਓਰ, ਹਰੀ ਖਾਦ, ਮੈਨਿਓਰ ਹਰੀ ਖਾਦ। ਫਰਟੀਲਾਈਜ਼ਰ ਦਾ ਬੱਚੇ ਮਤਲਬ ਹੁੰਦਾ ਰਸਾਇਣਿਕ ਖਾਦ। ਪਹਿਲਾਂ ਤਾਂ ਇਹ ਡਿਫਰੈਂਸ ਕਲੀਅਰ ਕਰ ਲਿਓ। ਰਸਾਇਣਿਕ ਖਾਦ, ਹਰੀ ਖਾਦ ਅਤੇ ਰਸਾਇਣਿਕ ਖਾਦ, ਦੋਨਾਂ ਦਾ ਡਿਫਰੈਂਸ ਕਲੀਅਰ ਹੋ ਗਿਆ। ਨਾਮ ਤੋਂ ਵੀ ਗੱਲ ਆਪਾਂ ਨੂੰ ਪਤਾ ਲੱਗ ਗਈ ਕਿ ਹਰੀ ਖਾਦ ਅਤੇ ਰਸਾਇਣਿਕ ਖਾਦ ਦਾ ਵਿੱਚ ਡੈਫੀਨੇਸ਼ਨ ਕੀ ਹੋਏਗੀ। ਜਿਹੜੀ ਮੈਨਿਓਰ ਆ ਬੱਚੇ, ਇਹ ਘਰਾਂ ਦੇ ਵਿੱਚ ਜਿਹੜੀ ਆਮ ਤੌਰ 'ਤੇ ਕਿਚਨ ਵਗੈਰਾ ਦਾ ਵੇਸਟ ਹੁੰਦਾ, ਜਾਂ ਘਰਾਂ ਦੇ ਵਿੱਚ ਜਾਂ ਪੌਦਿਆਂ ਦਾ ਜਿਹੜਾ ਵੇਸਟ ਹੁੰਦਾ ਵਾ, ਉਹਦੇ ਤੋਂ ਤਿਆਰ ਹੁੰਦੀ ਆ। ਫਰਟੀਲਾਈਜ਼ਰ ਆ ਜਿਹੜੀ, ਉਹ ਸਪੈਸ਼ਲੀ ਮੈਨ ਮੇਡ ਲੈਬ ਦੇ ਵਿੱਚ ਜਾ ਕੇ ਤਿਆਰ ਹੁੰਦੀ ਆ। ਲੈਬ ਵਿੱਚ ਉਹਨੂੰ ਸਾਇੰਟਿਸਟਾਂ ਦੁਆਰਾ ਤਿਆਰ ਕੀਤਾ ਜਾਂਦਾ। ਪਹਿਲਾਂ ਤਾਂ ਇਹ ਡਿਫਰੈਂਸ ਕਲੀਅਰ ਹੋ ਗਿਆ ਬੱਚੇ। ਦੋਨਾਂ ਦਾ ਕੰਮ ਮਿੱਟੀ ਨੂੰ ਉਪਜਾਊ ਬਣਾਉਣਾ ਹੈ, ਓਕੇ। ਤੋ ਇਹਦੇ ਵਿੱਚ ਆਮ ਤੌਰ 'ਤੇ ਕੀ ਹੁੰਦਾ ਬੱਚੇ? ਨਿਊਟ੍ਰੀਸ਼ਨਸ ਹੁੰਦੇ ਨੇ,
ਦੋਨਾਂ ਦੇ ਵਿੱਚ, ਠੀਕ ਆ। ਇਨ ਸਰਟਨ ਏਰੀਆਜ਼ ਫਾਰਮਰਸ ਗਰੋ ਕ੍ਰੌਪ ਆਫਟਰ ਸੇਮ ਟਾਈਮ ਫੀਲਡ ਐਂਡ ਇਜ਼ ਨੈਵਰ ਲੈਫਟ ਕਲਟੀਵੇਟਡ ਔਰ ਫੈਲੋ। ਬੱਚੇ ਅਨਕਲਟੀਵੇਟਡ ਅਤੇ ਫੈਲੋ ਦਾ ਮਤਲਬ ਸਮਝੋ। ਫੈਲੋ ਦਾ ਬੱਚੇ ਮਤਲਬ ਹੁੰਦਾ ਬੰਜਰ ਜ਼ਮੀਨ, ਮਤਲਬ ਕਿ ਇਹਨੂੰ ਆਪਾਂ ਬੰਜਰ ਵੀ ਨਹੀਂ ਕਹਾਂਗੇ, ਮਤਲਬ 4 ਤੋਂ 5 ਸਾਲ ਲਈ ਜ਼ਮੀਨ ਨੂੰ ਖਾਲੀ ਛੱਡ ਦੇਣਾ। ਫੈਲੋ ਦਾ ਮਤਲਬ ਇਹ ਹੁੰਦਾ 4 ਤੋਂ 5 ਸਾਲ ਲਈ ਜ਼ਮੀਨ ਨੂੰ ਖਾਲੀ ਛੱਡ ਦੇਣਾ, ਕੁਝ ਨਹੀਂ ਬੀਜਣਾ ਉਹਦੇ ਉੱਤੇ, ਖਾਲੀ ਛੱਡ ਦੇਣਾ। ਫੈਲੋ ਦਾ ਮੀਨਿੰਗ ਸਮਝ ਗਏ ਬੱਚੇ। ਅਨਕਲਟੀਵੇਟਡ ਵੀ ਕਹਿੰਦੇ, ਮਤਲਬ 4-5 ਸਾਲ ਲਈ ਜਾਂ 6 ਸਾਲ ਲਈ 7 ਸਾਲ ਲਈ ਕੁਛ ਨਹੀਂ ਬੀਜਣਾ ਉੱਥੇ, ਖਾਲੀ ਛੱਡ ਦੇਣਾ। ਉਹਨੂੰ ਖਾਲੀ ਤਾਂ ਛੱਡਿਆ ਜਾਂਦਾ ਕਿਉਂਕਿ ਕਹਿੰਦੇ ਆ ਕਿ ਅਗਰ ਜ਼ਮੀਨ 'ਤੇ ਲਗਾਤਾਰ ਆਪਾਂ ਕੋਈ ਫਸਲ ਬੀਜ ਰਹੇ ਹਾਂ ਤਾਂ ਉਹਦੀ ਜਿਹੜੀ ਨਿਊਟ੍ਰੀਸ਼ਨ ਪਾਵਰ ਆ, ਉਹਦੀ ਫਰਟੀਲਿਟੀ ਆ, ਥੋੜ੍ਹੀ ਘੱਟ ਜਾਂਦੀ ਆ। ਉਹਨੂੰ ਫਿਰ ਦੁਬਾਰਾ ਰਿਕਵਰ ਕਰਨ ਲਈ ਉਹਨੂੰ 4-5 ਸਾਲ 2 ਸਾਲ 3 ਸਾਲ ਲਈ ਉਹਨੂੰ ਛੱਡ ਦਿੱਤਾ ਜਾਂਦਾ। ਦੈਟ ਕੰਡੀਸ਼ਨ ਇਜ਼ ਕਾਲਡ ਫੈਲੋ। ਆਈ ਥਿੰਕ ਇਟਸ ਕਲੀਅਰ ਟੂ ਯੂ ਆਲ। ਦ ਨੈਕਸਟ ਵਨ ਇਜ਼ ਕੰਟੀਨਿਊ ਗਰੋਇੰਗ ਆਫ ਕ੍ਰੌਪ। ਦੇਖੋ ਬੱਚੇ, ਹੁਣ ਆਪਾਂ ਹੁਣੀ ਗੱਲ ਕਰਕੇ ਹਟੇ। ਕੰਟੀਨਿਊ ਗਰੋਇੰਗ ਆਫ ਕ੍ਰੌਪ ਮੇਕਸ ਦਾ ਸੋਇਲ ਪੂਅਰਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਉਹਨੂੰ ਖਰਾਬ ਕਰ ਦੇਣਾ ਜਾਂ ਬਹੁਤ ਉਹਦੇ ਨਿਊਟ੍ਰੀਸ਼ਨ ਬਿਲਕੁਲ ਖਰਾਬ ਹੋ ਜਾਣੇ, ਠੀਕ ਹੈ ਬੱਚੇ। ਸਰਟਨ ਨਿਊਟ੍ਰੀਐਂਟਸ ਦ ਫਾਰਮਰਸ ਹੈਵ ਟੂ ਐਡਡ ਮੈਨਿਓਰ ਟੂ, ਤਾਂ ਉਸ ਚੀਜ਼ ਨੂੰ ਕੀ ਕਰਦੇ ਨੇ ਜਿਹਦੇ ਵਿੱਚ ਨਿਊਟ੍ਰੀਐਂਟਸ ਦੀ ਕਮੀ ਹੋ ਜਾਂਦੀ ਆ, ਤਾਂ ਕਿਸਾਨ ਕੀ ਕਰਦੇ ਆ, ਉਹਦੇ ਵਿੱਚ ਖਾਦ ਪਾ ਦਿੰਦੇ ਨੇ। ਕੀ ਪਾ ਦਿੰਦੇ ਆ? ਖਾਦ, ਮੈਨਿਓਰ ਜਾਂ ਫਿਰ ਫਰਟੀਲਾਈਜ਼ਰ, ਦੋਨਾਂ ਤੋਂ ਜਿਹੜਾ ਉਹਨਾਂ ਕੋਲ ਅਵੇਲੇਬਿਲਿਟੀ ਵਧੀਆ ਵਾ ਉਸ ਚੀਜ਼ ਨੂੰ ਪਾ ਦਿੰਦੇ ਆ। ਇਹਦਾ ਕੰਮ ਆ ਸਿਰਫ ਖੇਤ ਨੂੰ ਨਿਊਟ੍ਰੀਸ਼ਨ ਦੇਣਾ, ਨਿਊਟ੍ਰੀਐਂਟਸ ਦੇਣਾ ਜਾਂ ਨਿਊਟ੍ਰੀਸ਼ਨ ਦੇਣਾ। ਆਪਾਂ ਇੱਥੇ ਨਿਊਟ੍ਰੀਐਂਟ ਲਿਖਾਂਗੇ ਤਾਂ ਜ਼ਿਆਦਾ ਬੈਟਰ ਸ਼ਬਦ ਆ ਬੱਚੇ, ਨਿਊਟ੍ਰੀਐਂਟ ਜ਼ਿਆਦਾ ਬੈਟਰ ਸ਼ਬਦ ਆ ਇੱਥੇ। ਚਲੋ ਤੋ ਅੱਗੇ ਦੇਖੀਏ ਬੱਚੇ, ਇੱਥੇ ਵਿੱਚ ਇੱਕ ਡਾਇਗਰਾਮ ਤੁਹਾਨੂੰ ਸ਼ੋਅ ਕੀਤਾ ਗਿਆ ਵਾ, ਯੂ ਕੈਨ ਸੀ ਹੇਅਰ। ਤੁਸੀਂ ਇਹਨੂੰ ਘਰ 'ਚ ਵੀ ਪਰਫੋਰਮ ਕਰ ਸਕਦੇ ਹੋ। 2 ਬੱਚੇ ਨੇ, ਇਹਨਾਂ ਨੇ ਆਹ ਛੋਟੇ ਛੋਟੇ ਜਿਹੜੀ ਗਲਾਸ ਆ, ਇਹਨਾਂ ਨੇ ਗਲਾਸਾਂ ਦੇ ਵਿੱਚ ਛੋਟੇ ਛੋਟੇ ਪੌਦੇ ਲਗਾਏ ਨੇ। ਡਾਇਗਰਾਮ ਨੂੰ ਜਸਟ ਬੇਸਿਕਲੀ ਆਊਟਰ ਸਾਈਡ ਤੋਂ ਤੁਸੀਂ ਸਮਝਣਾ ਵਾ। ਛੋਟੇ ਛੋਟੇ ਪੌਦੇ ਲਗਾਏ ਆ, ਤੁਸੀਂ ਵੀ ਆਪਣੇ ਘਰਾਂ ਵਿੱਚ ਯੂਜ਼ ਕਰ ਸਕਦੇ ਹੋ। ਉਹ ਛੋਟੇ ਛੋਟੇ ਪੌਦਿਆਂ ਵਿੱਚ ਖਾਦ ਪਾਈ ਆ ਥੋੜ੍ਹੀ ਥੋੜ੍ਹੀ, ਜਿਹਨੂੰ ਆਪਾਂ ਬੇਸਿਕਲੀ ਕਹਿੰਦੇ ਹਾਂ ਕਿਸੇ ਵਿੱਚ ਸਪੋਜ਼ ਕਰੋ ਇਹਦੇ ਵਿੱਚ ਪਾਤਾ ਯੂਰੀਆ, ਇਹਦੇ ਵਿੱਚ ਪਾਤਾ ਮੈਨਿਓਰ, ਇਹਦੇ ਵਿੱਚ ਪਾਤੀ ਕੋਈ ਵੀ ਐਕਸਟਰਾ ਅਗਰ ਕੁਛ ਲੱਗਦਾ ਵਾ, ਮਤਲਬ ਇਹਦੇ ਵਿੱਚ ਆਪਾਂ ਹਿਊਮਸ ਜਾਂ ਕਿਸੇ ਚੀਜ਼ ਦਾ ਵੇਸਟ ਪਾ ਦਿੱਤਾ, ਹਾਲਾਂਕਿ ਉਹ ਮੈਨਿਓਰ ਦੀ ਹੀ ਕਿਸਮ ਆ। ਤਾਂ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਕਿਹਦਾ ਰਿਜ਼ਲਟ ਵਧੀਆ ਆਏਗਾ। ਇਹ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਆ, ਤੁਸੀਂ ਵੀ ਘਰਾਂ ਵਿੱਚ ਕਰ ਸਕਦੇ ਹੋ। 3 ਗਲਾਸ ਲੈਣੇ ਆ ਪਲਾਸਟਿਕ ਦੇ, ਉਹਦੇ ਵਿੱਚ ਤੁਸੀਂ ਬੀਜ ਪਾਉਣੇ ਆ, ਜੌਂ ਦੇ ਬੀਜ ਪਾ ਦਿਓ ਜਾਂ ਉਹਦੇ ਵਿੱਚ ਤੁਸੀਂ ਲਾਈਕ ਬਲੈਕ ਗ੍ਰਾਮ ਹੁੰਦੇ ਆ, ਬਲੈਕ ਗ੍ਰਾਮ, ਕਾਲੇ ਛੋਲੇ, ਉਹ ਪਾ ਦਿਓ। ਉਹ ਜਿੱਦਾਂ ਹੀ ਗਰੋ ਕਰਨਗੇ, ਠੀਕ ਹੈ, ਫਿਰ ਉਹਨੂੰ ਥੋੜ੍ਹੀ ਥੋੜ੍ਹੀ ਖਾਦ ਦੇ ਦਿਓ। ਤਾਂ ਦੇਖਦੇ ਹਾਂ ਵੀ ਪਹਿਲਾਂ ਗਰੋਥ ਜ਼ਿਆਦਾ ਵਧੀਆ ਕਿਹਦੀ ਹੁੰਦੀ ਹੈ। ਇਹਦੀ ਸਭ ਤੋਂ ਬੈਸਟ ਹੁੰਦੇ ਵਿੱਚ ਜੌਂ ਜ਼ਿਆਦਾ ਈਜ਼ੀਲੀ ਹੋ ਜਾਂਦੇ ਨੇ। ਤੋ ਇਸ ਤਰੀਕੇ ਨਾਲ ਚਲੋ ਤੁਸੀਂ ਹੋਰ ਬੱਚੇ ਤੁਹਾਡੇ ਮਾਈਂਡ 'ਚ ਆਉਂਦਾ ਤੁਸੀਂ ਉਹਨੂੰ ਵੀ ਬੀਜ ਸਕਦੇ ਹੋ ਆਪਣੇ ਘਰ ਛੋਟੇ ਜਿਹੇ ਗਲਾਸ ਲੈ ਕੇ। ਤੋ ਇਸ ਪੈਰੇ ਵਿੱਚ ਜਿਹੜੀ ਬੱਚੇ ਹੈਗੀ ਆ ਸਪੈਸ਼ਲੀ ਕਿ ਜਿਹੜਾ ਫਰਟੀਲਾਈਜ਼ਰ ਆ, ਜਿਹਨੂੰ ਮੈਂ ਤੁਹਾਨੂੰ ਥੋੜ੍ਹਾ ਇਹਨਾਂ ਨਟ ਸ਼ੈਲ ਵਿੱਚ ਦੱਸ ਰਿਹਾ। ਫਰਟੀਲਾਈਜ਼ਰ ਕੰਟੇਨਸ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਯੂ ਕੈਨ ਸੀ ਹੇਅਰ। ਤੋ ਇਹਨੂੰ ਥੋੜ੍ਹਾ ਨਾਮ ਲਿਖ ਲਈਏ ਇਹਨਾਂ ਦੇ, ਨਾਈਟ੍ਰੋਜਨ, ਫਾਸਫੋਰਸ, ਐਂਡ ਪੋਟਾਸ਼ੀਅਮ। ਬੱਚੇ ਕੁਛ ਬੱਚਿਆਂ ਨੂੰ ਕਨਫਿਊਜ਼ਨ ਹੋ ਰਹੇਗੀ, ਸਰ ਪੋਟਾਸ਼ੀਅਮ ਪੀ 'ਤੇ ਕਿਉਂ ਨਹੀਂ ਪੈਂਦਾ? ਡੋਂਟ ਵਰੀ ਬੱਚੇ, ਤੁਸੀਂ ਨੈਕਸਟ ਕਲਾਸ ਵਿੱਚ ਜਾ ਕੇ ਵੀ ਸਿੱਖ ਲਓਗੇ। ਫਿਲਹਾਲ ਤੁਸੀਂ ਇਹਨੂੰ ਇੱਦਾਂ ਯਾਦ ਰੱਖੋ, ਪੋਟਾਸ਼ੀਅਮ ਦੇ ਲਈ ਆਪਾਂ K ਯੂਜ਼ ਕਰਦੇ ਹਾਂ, ਫਾਸਫੋਰਸ ਲਈ ਆਪਾਂ P ਯੂਜ਼ ਕਰਦੇ ਹਾਂ, ਨਾਈਟ੍ਰੋਜਨ ਲਈ N ਯੂਜ਼ ਕਰਦੇ ਹਾਂ। ਨਾਈਟ੍ਰੋਜਨ ਫਾਸਫੋਰਸ ਤੁਹਾਨੂੰ ਯਾਦ ਹੋ ਜਾਏਗਾ, ਪਰ ਪੋਟਾਸ਼ੀਅਮ ਲਈ ਤੁਸੀਂ K ਹੀ ਯਾਦ ਰੱਖਣਾ, ਠੀਕ ਹੈ ਬੱਚੇ। ਇਹਦਾ ਜਿਹੜਾ ਰੀਜ਼ਨ ਆਪਾਂ ਅਗਲੀ ਕਲਾਸ ਵਿੱਚ ਜਾ ਕੇ ਸਟੱਡੀ ਕਰਾਂਗੇ। ਓਕੇ ਬੱਚੇ, ਚਲੋ। ਤੋ ਇਸ ਪੈਰੇ ਵਿੱਚ ਸਾਰੀ ਉਹੀ ਗੱਲ ਲਿਖੀ ਆ ਕਿ ਕਿੱਦਾਂ ਖੇਤ ਨੂੰ ਨਿਊਟ੍ਰੀਐਂਟ ਪ੍ਰੋਵਾਈਡ ਕਰਦੇ ਆ। ਉਹ ਚੀਜ਼ ਆਪਾਂ ਥੋੜ੍ਹੀ ਜਿਹੀ ਪਹਿਲਾਂ ਪੜ੍ਹ ਚੁੱਕੇ ਹਾਂ। ਇਹਦੇ ਵਿੱਚ ਇੱਕ ਸਪੈਸ਼ਲੀ ਨਾਮ ਆ ਇਹਦਾ, ਜ਼ਰੂਰ ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਨਾਮ ਹੈਗਾ ਰਾਈਜੋਬੀਅਮ। ਮੈਂ ਥੋੜ੍ਹਾ ਇਨ ਸ਼ਾਰਟ ਵਿੱਚ ਤੁਹਾਨੂੰ ਸਮਝਾ ਰਿਹਾ ਚੀਜ਼। ਰਾਈਜੋਬੀਅਮ ਜ਼ਰੂਰ ਨੋਟ ਕਰਿਓ, ਇਟਸ ਵੈਰੀ ਵੈਰੀ ਇੰਪੋਰਟੈਂਟ ਨੇਮ ਅਕੋਰਡਿੰਗ ਟੂ ਯਰ ਸਿਲੇਬਸ। ਰਾਈਜੋਬੀਅਮ ਬੱਚੇ ਇੱਕ ਬੈਕਟੀਰੀਆ ਵਾ। ਰਾਈਜੋਬੀਅਮ ਇੱਕ ਬੈਕਟੀਰੀਆ ਹੈ ਐਂਡ ਇਹ ਬੈਕਟੀਰੀਆ ਸਪੈਸ਼ਲੀ ਸੀਰੀਅਲਸ ਵਿੱਚ ਪਾਇਆ ਜਾਂਦਾ। ਸੀਰੀਅਲਸ ਦਾ ਮਤਲਬ ਹੁੰਦਾ, ਯੂ ਕੈਨ ਰਾਈਟ ਹੀਅਰ, ਪਲਸਿਸ।
अगर तुहानूं ये नाम जे नहीं याद होंदा तो पल्सस लिख लो। पल्सस दालां, दालां, दालां ਜਾਂ ਛਿਲਕੇ ਵਾਲੀਆਂ ਦਾਲਾਂ, ਜਿਹੜੀਆਂ ਛਿਲਕੇ ਵਾਲੀਆਂ ਦਾਲਾਂ ਹੁੰਦੀਆਂ ਨੇ, ਜਿਵੇਂ ਜਿਨ੍ਹਾਂ ਉੱਤੇ ਛਿਲਕਾ ਹੁੰਦਾ, ਮਤਲਬ ਰਾਜਮਾ, ਕਾਲੇ ਛੋਲੇ, ਹੈ ਨਾ, ਮੂੰਗੀ, ਲਾਈਕ ਇਸ ਤਰ੍ਹਾਂ ਇਹਨਾਂ ਉੱਤੇ ਛਿਲਕਾ ਹੁੰਦਾ ਨਾ, ਤਾਂ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਬੈਕਟੀਰੀਆ ਪਾਇਆ ਜਾਂਦਾ। ਅਤੇ ਇਹਨਾਂ ਨੂੰ ਇੱਕ ਕੰਬਾਈਨ ਨੇਮ ਯੂਜ਼ ਕੀਤਾ ਜਾਂਦਾ। ਇਹਨਾਂ ਲਈ ਇੱਕ ਕੰਬਾਈਨ ਨੇਮ ਆ ਬੱਚੇ, ਅਗਰ ਕੋਈ ਬੱਚਾ ਯਾਦ ਕਰ ਸਕਦਾ, ਲੈਗੂਮੀਨੀਅਸ, ਲੈਗੂ ਜਾਂ ਲੈਗਿਊਮਸ ਬੋਲ ਦਿਓ, ਜ਼ਰੂਰ ਨਹੀਂ ਆਪਾਂ ਇੰਨਾ ਲੌਂਗ ਨੇਮ ਲਿਖਣਾ। ਲੈਗਿਊਮਸ, ਲੈਗਿਊਮਸ ਇੱਕ ਨਾਮ ਇਹ ਵੀ ਯੂਜ਼ ਕੀਤਾ ਜਾਂਦਾ, ਇਹਦਾ ਇਹੀ ਮਤਲਬ ਹੁੰਦਾ ਲੈਗਿਊਮਸ, ਜਿਹਦੇ ਵਿੱਚ ਸਾਰੀਆਂ ਦਾਲਾਂ ਆ ਜਾਂਦੀਆਂ ਨੇ। ਤਾਂ ਲੈਗਿਊਮਸ ਦੀਆਂ ਜੜ੍ਹਾਂ ਦੇ ਵਿੱਚ ਰਾਈਜੋਬੀਅਮ ਪਾਇਆ ਜਾਂਦਾ। ਹੁਣ ਇੱਥੇ ਤੁਹਾਨੂੰ ਇੱਕ ਛੋਟਾ ਜਿਹਾ ਦੱਸ ਦਿੰਦਾ ਰਾਈਜੋਬੀਅਮ ਹੁੰਦਾ ਕੀ ਆ ਬੱਚੇ। ਯੂ ਕੈਨ ਸੀ ਹੀਅਰ ਰਾਈਜੋਬੀਅਮ ਬੈਕਟੀਰੀਆ। ਫਟਾਫਟ ਆਪਾਂ ਇਹਨੂੰ ਹੁਣੇ ਦੇਖ ਲੈਂਦੇ ਹਾਂ। ਰਾਈਜੋਬੀਅਮ ਬੈਕਟੀਰੀਆ, ਹਾਂਜੀ। ਤੋ ਬੱਚੇ ਨਾਲ ਦੀ ਨਾਲ ਇਹਦੇ ਵਿੱਚ ਮੇਰੇ ਕੋਲ ਇੱਕ ਆਪਸ਼ਨ ਹੈਗੀ ਆ, ਜਿਹਦੇ ਕਰਕੇ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇੱਥੇ ਸ਼ੋਅ ਕਰ ਸਕਦਾ ਰਾਈਜੋਬੀਅਮ ਬੈਕਟੀਰੀਆ। ਚਲੋ, ਤੋ ਇਸ ਦੇ ਵਿੱਚ ਨਾਲ ਆਪਸ਼ਨ ਆ ਜਿਹਦੇ ਕਰਕੇ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ। ਸੋ ਇੱਕ ਬੈਨੀਫਿਟ ਆ, ਆਪਾਂ ਉਠਾ ਸਕਦੇ ਹਾਂ ਦਾ ਬੈਨੀਫਿਟ। ਤੋ ਯੂ ਕੈਨ ਸੀ ਹੀਅਰ ਬੱਚੇ, ਸੋ ਦਿਸ ਇਜ਼ ਅ ਰਾਈਜੋਬੀਅਮ, ਦਿਸ ਇਜ਼ ਰਾਈਜੋਬੀਅਮ, ਠੀਕ ਹੈ। ਰੀਅਲ ਤੁਹਾਨੂੰ ਪਿਕ ਨਜ਼ਰ ਆ ਰਹੀ ਆ, ਆਈ ਹੋਪ ਤੁਹਾਨੂੰ ਦਿਖ ਰਿਹਾ ਹੋਏਗਾ ਪ੍ਰੋਪਰ। ਆਹ ਜਿਹੜੀਆਂ ਬੱਚੇ ਤੁਹਾਨੂੰ ਗੱਠਾਂ ਜੀਆਂ ਨਜ਼ਰ ਆ ਰਹੀਆਂ ਨੇ ਨਾ, ਆਹ ਵਾਲੀਆਂ, ਆਹ ਗੱਠਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਇਹ ਰਾਈਜੋਬੀਅਮ ਬੈਕਟੀਰੀਆ ਵਾ। ਕਲੀਅਰ ਬੱਚੇ ਸਾਰਿਆਂ ਨੂੰ? ਦਿਸ ਇਜ਼ ਅ ਰਾਈਜੋਬੀਅਮ ਬੈਕਟੀਰੀਆ। ਆਮ ਤੌਰ 'ਤੇ ਗੱਠਾਂ ਤੁਸੀਂ ਬਰਸਣ ਦਾ ਜਿਹੜਾ ਪੌਦਾ, ਪੱਠੇ ਲੱਗੇ ਹੁੰਦੇ ਨਾ, ਪੱਠੇ ਆਪਾਂ ਘਰਾਂ 'ਚ ਕਹਿੰਦੇ ਆਮ ਤੌਰ 'ਤੇ, ਉਹਦੀਆਂ ਜੜ੍ਹਾਂ ਪੱਟ ਕੇ ਦੇਖੋ, ਤੁਹਾਨੂੰ ਰੈੱਡ ਕਲਰ ਦੀਆਂ ਉਹਦੇ ਵਿੱਚ ਗੱਠਾਂ ਨਜ਼ਰ ਆਉਣਗੀਆਂ। ਬਰਸੀਨ, ਜਿਹਨੂੰ ਆਪਾਂ ਬਰਸਣ ਕਹਿੰਦੇ ਹਾਂ, ਉਹਦੀ ਜੜ੍ਹਾਂ ਪੁੱਟ ਕੇ ਦੇਖਿਓ, ਉਹਦੇ 'ਚ ਸੇਮ ਤੁਹਾਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ। ਦੈਟ ਇਜ਼ ਅ ਰਾਈਜੋਬੀਅਮ ਬੈਕਟੀਰੀਆ। ਇਹਦਾ ਕੰਮ ਕੀ ਆ? ਇਹਦਾ ਕੰਮ ਆ ਮਿੱਟੀ ਵਿੱਚੋਂ ਨਾਈਟ੍ਰੋਜਨ ਨੂੰ ਫਿਕਸ ਕਰਨਾ, ਨਾਈਟ੍ਰੋਜਨ ਨੂੰ ਮਿੱਟੀ ਵਿੱਚੋਂ ਕੱਢ ਕੇ ਪੌਦੇ ਨੂੰ ਦੇਣਾ। ਸਿੰਪਲ ਸ਼ਬਦਾਂ ਵਿੱਚ ਸਮਝੋ, ਮਿੱਟੀ ਵਿੱਚੋਂ ਨਾਈਟ੍ਰੋਜਨ ਨੂੰ ਕੱਢ ਕੇ ਪੌਦੇ ਨੂੰ ਦੇਣਾ। ਕੰਮ ਸਮਝ ਆ ਗਿਆ ਬੱਚੇ? ਇਹਦਾ ਕੰਮ ਕੀ ਆ? ਮਿੱਟੀ ਵਿੱਚੋਂ ਨਾਈਟ੍ਰੋਜਨ ਕੱਢ ਕੇ ਪੌਦੇ ਨੂੰ ਦੇਣਾ। ਬਸ ਗੱਲ ਖਤਮ। ਚਲੋ ਬੈਕ ਆ ਜਾਓ। ਹੁਣ ਆਪਾਂ ਇਹ ਤੋਂ ਅੱਗੇ ਚੱਲੀਏ ਥੋੜ੍ਹਾ ਜਿਹਾ। ਯੈਸ, ਆ ਬੱਚੇ ਡਿਫਰੈਂਸ ਆ ਮੈਨਿਓਰ ਅਤੇ ਫਰਟੀਲਾਈਜ਼ਰ ਦਾ, ਜਿਹੜਾ ਕਿ ਆਪਣੇ ਕੁਐਸਚਨ ਦਾ ਆਨਸਰ ਵੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ, ਠੀਕ ਹੈ। ਅਤੇ ਇਹਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਫਰਟੀਲਾਈਜ਼ਰ ਸਪੈਸ਼ਲੀ ਇਨਆਰਗੈਨਿਕ ਹੁੰਦੇ ਨੇ। ਇਨਆਰਗੈਨਿਕ ਦਾ ਮਤਲਬ ਹੁੰਦਾ ਜਿਹਦੇ ਵਿੱਚ ਕਾਰਬਨ ਐਬਸੈਂਟ ਹੋਵੇ। ਇਨਆਰਗੈਨਿਕ ਦਾ ਮਤਲਬ ਹੁੰਦਾ ਜਿਹਦੇ ਵਿੱਚ ਕਾਰਬਨ ਐਬਸੈਂਟ ਹੋਵੇ, ਠੀਕ ਹੈ। ਅਤੇ ਇਹ ਹੈਗਾ ਔਰਗੈਨਿਕ, ਮਤਲਬ ਜਿਹਦੇ ਵਿੱਚ ਕਾਰਬਨ ਪ੍ਰੈਜੈਂਟ ਆ। ਇਹ ਗੱਲ ਕਲੀਅਰ ਹੋ ਗਈ ਬੱਚੇ। ਅਤੇ ਇਹਨੂੰ ਫੈਕਟਰੀ ਵਿੱਚ ਤਿਆਰ ਕੀਤਾ ਜਾਂਦਾ, ਅਤੇ ਇਹਨੂੰ ਆਮ ਤੌਰ 'ਤੇ ਆਪਾਂ ਘਰਾਂ ਦੇ ਵੇਸਟ, ਕਿਚਨ ਵਗੈਰਾ ਦਾ ਜਿਹੜਾ ਹੁੰਦਾ ਉਹਦੇ ਤੋਂ ਤਿਆਰ ਕਰ ਸਕਦੇ ਹਾਂ। ਇਹ ਜਿਹੜਾ ਵਾ ਮਿੱਟੀ ਦੇ ਵਿੱਚ ਕੋਈ ਵੀ ਹਿਊਮਸ ਨੂੰ ਪ੍ਰੋਡਿਊਸ ਨਹੀਂ ਕਰਦਾ। ਹਿਊਮਸ ਮਤਲਬ ਕਿ ਜਿਵੇਂ ਕੋਈ ਚੀਜ਼ ਗਲ ਸੜ ਜਾਂਦੀ ਹੈ ਨਾ, ਤਾਂ ਉੱਥੇ ਜਿਹੜੀ ਚੀਜ਼ ਤਿਆਰ ਹੋ ਜਾਂਦੀ ਹੈ, ਜਿਵੇਂ ਕੋਈ ਪੱਤਾ ਜਾਂ ਕੋਈ ਪੇੜ ਪੌਦਿਆਂ ਕਰਕੇ ਜਿਵੇਂ ਪੱਤੇ ਬਹੁਤ ਜ਼ਿਆਦਾ ਗਲ ਸੜ ਜਾਂਦੇ, ਉਹਨੂੰ ਹਿਊਮਸ ਬੋਲਦੇ ਆ। ਇਹਦੇ ਵਿੱਚ ਉਹ ਚੀਜ਼ ਨਹੀਂ ਹੁੰਦੀ, ਇਹਦੇ ਵਿੱਚ ਹਿਊਮਸ ਤਿਆਰ ਹੋ ਜਾਂਦੀ ਹੈ। ਪੱਤੇ ਜਿੱਥੇ ਗਲ ਸੜ ਜਾਂਦੇ ਆ, ਉੱਥੇ ਇੱਕ ਉਹ ਮਤਲਬ ਥਾਂ ਜੀ ਕ੍ਰੀਏਟ ਹੋ ਜਾਂਦੀ ਹੈ ਨਾ, ਪੋਲੀ ਪੋਲੀ ਜੀ, ਉਹ ਦੈਟ ਇਜ਼ ਅ ਹਿਊਮਸ ਫਾਰਮ, ਠੀਕ ਹੈ। ਹਾਲਾਂਕਿ ਉਹ ਖਾਦ ਹੀ ਹੁੰਦੀ ਆ, ਹੌਲੀ ਹੌਲੀ ਠੀਕ ਵੀ ਹੋ ਜਾਂਦੀ ਹੈ, ਬਟ ਇਹਦੇ ਵਿੱਚ ਉਹ ਚੀਜ਼ ਨਹੀਂ ਬਣਦੀ ਹੈਗੀ, ਇਹਦੇ ਵਿੱਚ ਉਹ ਚੀਜ਼ ਤਿਆਰ ਹੁੰਦੀ ਆ। ਫਰਟੀਲਾਈਜ਼ਰ ਰਿਚ ਹੁੰਦਾ ਵਾ। ਫਰਟੀਲਾਈਜ਼ਰ ਰਿਚ ਹੁੰਦਾ ਕਿਹਦੇ ਵਿੱਚ? ਰਿਚ ਹੁੰਦਾ, ਹਾਂਜੀ, ਫਰਟੀਲਾਈਜ਼ਰ ਰਿਚ ਹੁੰਦਾ। ਆਪਾਂ ਦੇਖੀਏ ਕਿਹਦੇ ਵਿੱਚ ਰਿਚ ਹੁੰਦਾ ਹੈ। ਫਰਟੀਲਾਈਜ਼ਰ ਰਿਚ ਇਨ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਐਂਡ ਮੈਨਿਓਰ ਇਜ਼ ਅ ਲੈਸ ਰਿਚ ਇਨ ਅ ਨਿਊਟ੍ਰੀਐਂਟ। ਇਹਦੇ ਵਿੱਚ ਵੀ ਉਹ ਚੀਜ਼ਾਂ ਹੁੰਦੀਆਂ, ਬਟ ਇਹਦੇ 'ਚ ਥੋੜ੍ਹੀ ਮਾਤਰਾ ਵਿੱਚ ਹੁੰਦੀਆਂ ਨੇ। ਗੱਲ ਅੰਡਰਸਟੈਂਡ? ਇਹਦੇ ਵਿੱਚ ਵੀ ਥੋੜ੍ਹੀ ਮਾਤਰਾ ਵਿੱਚ ਹੁੰਦੀਆਂ ਨੇ। ਸਾਰੇ ਕੈਮੀਕਲਸ ਇਹਦੇ ਵਿੱਚ ਵੀ ਹੁੰਦੇ ਆ, ਬਟ ਲਿਮਿਟਿਡ ਕੁਆਂਟਿਟੀ। ਇਹਦੇ ਵਿੱਚ ਆਹ ਚੀਜ਼ ਸਪੈਸ਼ਲੀ ਜ਼ਿਆਦਾ ਹੁੰਦੀ, ਕਿਉਂਕਿ ਪੌਦੇ ਨੂੰ ਨਾਈਟ੍ਰੋਜਨ, ਫਾਸਫੋਰਸ ਹੀ ਜ਼ਿਆਦਾ ਚਾਹੀਦਾ ਹੁੰਦਾ। ਇਸ ਚੀਜ਼ ਦਾ ਵੀ ਥੋੜ੍ਹਾ ਧਿਆਨ ਰੱਖਿਓ ਜੀ। ਇਰੀਗੇਸ਼ਨ, ਹਾਂਜੀ, ਇਰੀਗੇਸ਼ਨ ਬੱਚੇ ਮਤਲਬ ਸਿੰਚਾਈ ਕਰਨਾ, ਮਤਲਬ ਸਿੰਚਾਈ ਕਰਨਾ, ਪਾਣੀ ਲਾਉਣਾ। ਹੁਣ ਪਾਣੀ ਲਾਉਣ ਦੇ ਕਿਹੜੇ ਕਿਹੜੇ ਤਰੀਕੇ ਆ, ਆ ਜਾਓ ਦੇਖੀਏ ਪਾਣੀ ਲਾਉਣ ਦੇ ਕਿਹੜੇ ਕਿਹੜੇ ਤਰੀਕੇ ਆ। ਚਲੋ ਮੇਨ ਆਪਾਂ ਪੁਆਇੰਟ 'ਤੇ ਚਲੇ ਜਾਂਦੇ ਹਾਂ। ਤੋਂ ਪਹਿਲਾਂ ਤਾਂ ਬੱਚੇ ਆ ਤੁਹਾਡੇ ਸਾਹਮਣੇ ਆ ਕਿ ਟਰੈਡੀਸ਼ਨਲ ਪੁਰਾਣੇ ਸਮਿਆਂ 'ਚ ਪਾਣੀ ਕਿੱਦਾਂ ਲਗਾਉਂਦੇ ਸੀ। ਬਹੁਤ ਹੀ ਬੇਸਿਕ ਜਿਹਾ ਕੁਐਸਚਨ ਆ। ਪੁਰਾਣੇ ਸਮਿਆਂ 'ਚ ਪਾਣੀ ਲਗਾਉਂਦੇ ਸੀਗੇ ਖੂਹਾਂ ਦੇ ਨਾਲ। ਆ ਬੱਚੇ ਕੀ ਆ? ਖੂਹ। ਇਹ ਖੂਹ ਨੂੰ ਆਪਾਂ ਇੱਥੇ ਬੋਲਦੇ ਹਾਂ ਮੋਟ। ਇਟਸ ਮੋਟ। ਯੂ ਕੈਨ ਸੀ ਹੀਅਰ ਮੋਟ, MOAT। ਮੋਟ ਦਾ ਮਤਲਬ ਹੁੰਦਾ ਜਿਹਦੇ ਇੱਕ ਐਸੀ ਥਾਂ ਜਿਹਦੇ ਵਿੱਚੋਂ ਪਾਣੀ ਨਿਕਲਦਾ ਹੋਵੇ, ਠੀਕ ਹੈ, ਜਿਹਦੇ ਵਿੱਚੋਂ ਪਾਣੀ ਨੂੰ ਆਪਾਂ ਕੱਢ ਸਕਦੇ ਹੋਈਏ।
ठीक है। नैचुरली ਉਹਦੇ ਵਿੱਚ ਪਾਣੀ ਭਰਿਆ ਰਹਿੰਦਾ ਤੇ ਬਸ ਉਹਨੂੰ ਆਪਾਂ ਪੁਲੀ ਲਗਾ ਕੇ ਕਿਸੇ ਤਰੀਕੇ ਨਾਲ ਉਹਨੂੰ ਕੱਢਣਾ ਹੁੰਦਾ। ਦੈਟ ਇਜ਼ ਅ ਮੋਟ। ਓਕੇ, ਇਟ ਇਜ਼ ਆਲਸੋ ਨੋਨ ਐਜ਼ ਅ ਪੁਲੀ ਸਿਸਟਮ। ਅਗਰ ਇਹ ਸ਼ਬਦ ਨਹੀਂ ਯਾਦ ਰਹਿੰਦਾ ਤਾਂ ਪੁਲੀ ਸਿਸਟਮ ਨੂੰ ਯਾਦ ਰੱਖ ਲਿਓ। ਠੀਕ ਹੈ, ਆ ਜਾਓ ਅੱਗੇ ਆ ਜਾਓ। ਨੈਕਸਟ ਇਜ਼ ਆ ਬੱਚੇ ਚੇਨ ਪੰਪ। ਯੂ ਕੈਨ ਸੀ ਹੀਅਰ ਮੋਟਰ ਲੱਗੀ ਆ, ਪਾਣੀ ਲਗਾਤਾਰ ਪਾਈਪ ਵਿੱਚੋਂ ਵਹਿ ਰਿਹਾ ਵਾ। ਦੇਖੋ ਮੋਟਰ ਦਾ ਸਿਸਟਮ ਯੂਜ਼ ਕੀਤਾ, ਮਤਲਬ ਘੁਮਾਉਣ ਵਾਲਾ ਸਿਸਟਮ ਯੂਜ਼ ਕੀਤਾ ਹੈ। ਇਹਨੂੰ ਬਲਦਾਂ ਨਾਲ ਘੁਮਾਵੇ, ਬੰਦਾ ਖੁਦ ਖਿੱਚੇ, ਮਤਲਬ ਬਲਦਾਂ ਨਾਲ ਹੀ ਆਮ ਤੌਰ 'ਤੇ ਇਹਨੂੰ ਘੁਮਾਇਆ ਜਾਂਦਾ ਸੀਗਾ। ਸਿਸਟਮ ਪਾਣੀ ਕੱਢਣਾ, ਜਿਸ ਤਰੀਕੇ ਨਾਲ ਵੀ ਪਾਣੀ ਕੱਢਣਾ ਉਸ ਤਰੀਕੇ ਨਾਲ ਇਹਨਾਂ ਨੂੰ ਨਾਮ ਦਿੱਤੇ ਗਏ ਨੇ। ਦਿਸ ਇਜ਼ ਅ ਚੇਨ ਪੰਪ। ਦਿਸ ਇਜ਼ ਅ ਇਟਸ ਅ ਡੇਲਡੀ। ਯੂ ਕੈਨ ਸੀ ਹੀਅਰ ਇਟਸ ਦੇਖਲੀ। ਥੋੜ੍ਹੇ ਸਪੈਲਿੰਗ ਬਲਰ ਹੋ ਰਿਹਾ ਬੱਚੇ, ਬਟ ਤੁਸੀਂ ਇੱਥੇ ਦੇਖ ਸਕਦੇ ਹੋ ਇਟਸ ਦੇਖਲੀ ਸਿਸਟਮ। ਦੇਖਲੀ ਸਿਸਟਮ, ਦੇਖਲੀ ਸਿਸਟਮ। ਇਹਦੇ ਨਾਲ ਇੱਥੇ ਇੱਕ ਵਜਨ ਯੂਜ਼ ਕੀਤਾ ਜਾਂਦਾ ਬੱਚੇ। ਇਹ ਨੀਚੇ ਜਾਏਗਾ ਅਤੇ ਇਹਦੇ ਵਿੱਚੋਂ ਜਿਹੜਾ ਪਾਣੀ ਆ ਬਹੁਤ ਉੱਚੇ ਪੱਧਰ 'ਤੇ ਹੁੰਦਾ ਵਾ, ਥੋੜ੍ਹਾ ਉੱਪਰ ਹੁੰਦਾ ਪਾਣੀ। ਬਸ ਬਾਲਟੀ ਨੂੰ ਇਹਦੇ ਵਿੱਚ ਪਾਉਣਾ ਅਤੇ ਉਹਦੇ ਵਿੱਚ ਪਾਣੀ ਭਰ ਕੇ ਬਾਹਰ ਆ ਜਾਣਾ। ਇਹਦੇ ਵਿੱਚ ਵੇਟ ਦਾ ਯੂਜ਼ ਕੀਤਾ ਜਾਂਦਾ, ਵੇਟ ਦਾ ਯੂਜ਼ ਕੀਤਾ ਜਾਂਦਾ। ਅਗਲਾ ਬੱਚੇ ਹੈਗਾ ਆਪਣੇ ਕੋਲ ਇਟਸ ਰਾਹਤ। ਰਾਹਤ, ਇਹਦੇ ਵਿੱਚ ਹਿਊਮਨ ਆਪ ਕੋਈ ਕੰਮ ਨਹੀਂ ਕਰਦਾ, ਸਿਰਫ ਇਹਦੇ ਵਿੱਚ ਪਸ਼ੂਆਂ ਦਾ ਯੂਜ਼ ਕੀਤਾ ਜਾਂਦਾ। ਬਲਦ ਨੂੰ ਉਹਦੇ ਵਿੱਚ ਘੁਮਾ ਕੇ ਪਾਣੀ ਇੱਥੋਂ ਲਗਾਤਾਰ। ਇਹ ਤੁਸੀਂ ਬੱਚੇ ਪੁਰਾਣੇ ਸੌਂਗ ਪੁਰਾਣੀਆਂ ਫਿਲਮਾਂ ਵਿੱਚ ਵੀ ਇਹ ਚੀਜ਼ ਦੇਖੀ ਹੋਏਗੀ, ਦੇਖਦੇ ਵੀ ਹੋਵੋਗੇ ਜਦੋਂ ਟੀ ਵੀ 'ਤੇ ਕੋਈ ਪੁਰਾਣੀ ਕੋਈ ਚੀਜ਼ ਜਾਂ ਕੋਈ ਸੌਂਗ ਆਉਂਦਾ ਹੋਏਗਾ, ਉਹਦੇ ਵਿੱਚ ਇਹ ਚੀਜ਼ਾਂ ਦਾ ਸ਼ੋਅ ਕੀਤਾ ਜਾਂਦਾ, ਦਿਖਾਇਆ ਜਾਂਦਾ। ਠੀਕ ਹੈ, ਤਾਂ ਨੈਕਸਟ ਟਾਈਮ ਦੇਖੋਗੇ ਤਾਂ ਵਿੱਚ ਸਟੱਡੀ ਦੇ ਵਾਈਜ਼ ਉਸ ਤਰੀਕੇ ਨੂੰ ਐਜ਼ ਏ ਨੌਲੇਜ ਜ਼ਰੂਰ ਦੇਖਿਓ। ਨੈਕਸਟ ਚੱਲੀਏ ਬੱਚੇ ਆਪਾਂ ਅਕੋਰਡਿੰਗ ਟੂ ਯਰ ਕੁਐਸਚਨ ਤੁਹਾਨੂੰ ਆਹ ਚੀਜ਼ ਯੂਜ਼ ਹੁੰਦੀ ਆ ਕਿ ਸਿੰਚਾਈ ਦੇ ਕਿਹੜੇ ਕਿਹੜੇ ਦੋ ਤਰੀਕੇ ਆ ਅਤੇ ਉਹਨਾਂ ਦਾ ਮਤਲਬ ਕੀ ਆ। ਹੁਣ ਆਪਾਂ ਮੇਨ ਆਹ ਚੀਜ਼ ਪੜ੍ਹਦੇ ਹਾਂ ਜਿਹੜੀ ਬੇਸਿਕਲੀ ਤੁਹਾਨੂੰ ਪੁੱਛੀ ਜਾਂਦੀ ਹੈ ਪੇਪਰ ਦੇ ਪੁਆਇੰਟ ਆਫ ਵਿਊ ਦੇ। ਪਹਿਲਾ ਸਿਸਟਮ ਹੈਗਾ ਸੰਪਰਿੰਕਲ ਸਿਸਟਮ। ਸੰਪਰਿੰਕਲ ਸਿਸਟਮ ਦਾ ਮਤਲਬ ਹੁੰਦਾ ਇੱਕ ਪਾਈਪ ਜੋੜਿਆ ਬੱਚੇ, ਉਸ ਪਾਈਪ ਦੇ ਅੱਗੇ ਜਾ ਕੇ ਫੁਹਾਰੇ ਲਾ ਦਿੱਤੇ। ਆ ਜਿਹੜੇ ਤੁਹਾਨੂੰ ਛੋਟੇ ਛੋਟੇ ਨਜ਼ਰ ਆ ਰਹੇ ਨਾ, ਇਹ ਫੁਹਾਰੇ ਆ। ਕੀ ਆ ਇਹ? ਇਹਨੂੰ ਮੈਂ ਇੱਥੇ ਲਿਖ ਵੀ ਦਿੰਦਾ, ਇਹਨੂੰ ਕਹਿੰਦੇ ਆ ਫੁਹਾਰਾ ਸਿਸਟਮ। ਕਿਹੜਾ ਸਿਸਟਮ? ਫੁਹਾਰਾ ਸਿਸਟਮ। ਲਓ ਗੱਲ ਕਲੀਅਰ ਬੱਚੇ, ਤੁਹਾਨੂੰ ਨਾਮ ਕਲੀਅਰ ਹੋ ਗਿਆ, ਤੁਹਾਨੂੰ ਹਰ ਇੱਕ ਚੀਜ਼ ਗੱਲ ਸਮਝ ਆ ਜਾਂਦੀ। ਅੱਛਾ, ਇਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਫੁਹਾਰਾ ਮਤਲਬ ਫੁਹਾਰਾ ਲੱਗਾ ਹੋਏਗਾ। ਚਲੀ, ਤੋ ਜਿਹੜੇ ਵੀ ਟਿਪ ਆ ਅੱਗੇ ਜਾ ਕੇ ਜਿਹੜੀ ਟਿਪ ਆ ਉਹਨਾਂ 'ਤੇ ਫੁਹਾਰਾ ਸਿਸਟਮ ਲੱਗਿਆ ਹੋਇਆ, ਸੰਪਰਿੰਕਲ ਸਿਸਟਮ। ਆਮ ਤੌਰ 'ਤੇ ਤੁਸੀਂ ਸਕੂਲ ਦੇ ਆਪਣਾ ਜਿਹੜਾ ਲੋਨ ਹੁੰਦਾ ਤੁਸੀਂ ਉਹਦੇ ਵਿੱਚ ਵੀ ਇੱਕ ਦੇਖਿਆ ਹੋਏਗਾ। ਇਸ ਤਰ੍ਹਾਂ ਕਰਕੇ ਇੱਕ ਪਾਈਪ ਹੁੰਦਾ ਵਾ ਸਕੂਲ ਦਾ। ਅਗਰ ਮੰਨ ਲਓ ਲੋਨ ਆ, ਜਿੱਥੇ ਪਾਰਕ ਲੱਗੀ ਹੋਈ ਹੈ, ਇੱਥੇ ਪਾਈਪ ਆ, ਉਹਦੇ ਸੈਂਟਰ ਦੇ ਵਿੱਚ ਇੱਕ ਇੱਦਾਂ ਕਰਕੇ ਰੋਡ ਪਈ ਹੁੰਦੀ ਹੈ ਅਤੇ ਉਹ ਰੋਡ ਲਗਾਤਾਰ ਪਾਣੀ ਨੂੰ ਸੰਪਰਿੰਕਲ ਕਰਦੀ ਰਹਿੰਦੀ ਆ। ਆਈ ਹੋਪ ਤੁਸੀਂ ਆਪਣੇ ਸਕੂਲ ਦੇਖਿਆ ਹੋਏਗਾ। ਠੀਕ ਆ ਬੱਚੇ, ਤੋ ਤੁਹਾਡੇ ਸਕੂਲ ਦੇ ਵਿੱਚ ਵੀ ਹੋਏਗੀ ਇਹ ਚੀਜ਼, ਅਤੇ ਲਗਾਤਾਰ ਇਹ ਪਾਣੀ ਸਪਰਿੰਕਲ ਘੁੰਮਦਾ ਰਹਿੰਦਾ ਵਾ। ਉਹ ਇੱਕ ਐਗਜ਼ਾਮਪਲ ਆ ਤੁਹਾਡੇ ਕੋਲ। ਇੱਦਾਂ ਖੇਤ ਵਿੱਚ ਬਹੁਤ ਸਾਰੀਆਂ ਇੱਦਾਂ ਸੰਪਰਿੰਕਲ ਲੱਗੇ ਹੁੰਦੇ ਜਿਹੜੇ ਲਗਾਤਾਰ ਘੁੰਮਦੇ ਰਹਿੰਦੇ ਆ ਅਤੇ ਸਹੀ ਮਾਤਰਾ ਵਿੱਚ ਖੇਤ ਨੂੰ ਪਾਣੀ ਦਿੰਦੇ ਆ। ਕਲੀਅਰ ਬੱਚੇ? ਚਲੋ ਨੈਕਸਟ ਵਨ ਇਜ਼ ਡ੍ਰਿਪ ਸਿਸਟਮ। ਵਟ ਇਜ਼ ਅ ਡ੍ਰਿਪ ਸਿਸਟਮ? ਨਾਮ ਤੋਂ ਕੁਛ ਸਮਝ ਆ ਰਿਹਾ, ਡਰੋਪ ਵਾਈਜ਼ ਪਾਣੀ ਦਾ ਯੂਜ਼ ਕਰਨਾ। ਚਲੋ ਇੱਥੇ ਲਿਖ ਲਈ ਆਪਾਂ। ਹਾਂ, ਮਤਲਬ ਇਹਨੂੰ ਕਹਿੰਦੇ ਆ ਬੂੰਦ ਸਿਸਟਮ। ਬੂੰਦ ਸਿਸਟਮ। ਸੋ ਸਿਸਟਮ, ਬੂੰਦ ਸਿਸਟਮ ਇੰਗਲਿਸ਼ ਵਿੱਚ ਲਿਖ ਲਓ, ਕੋਈ ਦਿੱਕਤ ਨਹੀਂ। ਮਤਲਬ ਡਰੋਪ ਨਾਲ ਪਾਣੀ। ਇਹਦੇ ਵਿੱਚ ਪਾਈਪ ਹੁੰਦਾ, ਉਸ ਪਾਈਪ ਨੂੰ ਛੱਡ ਦੇਣਾ ਅਤੇ ਉਹ ਪਾਈਪ ਦੇ ਵਿੱਚ ਹੋਲ ਹੁੰਦੇ ਆ ਛੋਟੇ ਛੋਟੇ। ਠੀਕ ਹੈ, ਸਪੋਜ਼ ਕਰੋ ਆਹ ਮੋਟਰ ਲੱਗੀ ਆ, ਇਸ ਮੋਟਰ ਤੋਂ ਆਹ ਪਾਈਪ ਜਾ ਰਿਹਾ ਅਤੇ ਆਹ ਪਾਈਪ ਇੱਥੇ ਜਾ ਰਿਹਾ। ਠੀਕ ਹੈ, ਇਹਨੂੰ ਇਸ ਤਰ੍ਹਾਂ ਕਰ ਦਿੱਤਾ। ਇਸ ਪਾਈਪ ਦੇ ਵਿੱਚ ਨਾ ਇੱਥੇ ਛੋਟੇ ਛੋਟੇ ਹੋਲ ਹੋਣਗੇ। ਯੂ ਕੈਨ ਅੰਡਰਸਟੈਂਡ ਨਾਓ, ਛੋਟੇ ਹੋਲ ਹੋਣਗੇ। ਇਹਦੇ ਵਿੱਚੋਂ ਪਾਣੀ ਆਇਆ, ਪਾਣੀ ਜਦੋਂ ਇੱਧਰ ਜਾਏਗਾ ਥੋੜ੍ਹਾ ਜਿਹਾ ਪਾਣੀ ਇੱਧਰ ਨੂੰ ਲੱਗੇਗਾ, ਥੋੜ੍ਹਾ ਜਿਹਾ ਪਾਣੀ ਇਹਨੂੰ ਲੱਗੇਗਾ, ਥੋੜ੍ਹਾ ਜਿਹਾ ਪਾਣੀ ਇਹਨੂੰ ਲੱਗੇਗਾ। ਦੈਟਸ ਇਟ, ਦੈਟ ਇਜ਼ ਅ ਡ੍ਰਿਪ ਸਿਸਟਮ। ਡ੍ਰਿਪ ਸਿਸਟਮ ਨਾਲ ਬੱਚੇ ਸਬਜ਼ੀਆਂ ਵਗੈਰਾ ਜ਼ਿਆਦਾ ਵਧੀਆ ਉਗਾਈਆਂ ਜਾਂਦੀਆਂ ਨੇ, ਅਤੇ ਜਿਹੜੀ ਫਸਲ ਨੂੰ ਥੋੜ੍ਹਾ ਜ਼ਿਆਦਾ ਪਾਣੀ ਚਾਹੀਦਾ ਅਤੇ ਪਾਣੀ ਦੀ ਬੱਚਤ ਵੀ ਕਰਨੀ ਹੈ ਤਾਂ ਉੱਥੇ ਸੰਪਰਿੰਕਲ ਸਿਸਟਮ ਯੂਜ਼ ਕੀਤਾ ਜਾਂਦਾ। ਠੀਕ ਹੈ, ਤੋ ਰਾਜਸਥਾਨ ਏਰੀਆ ਵੱਲ ਇਸ ਚੀਜ਼ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਕਿਉਂਕਿ ਉੱਥੇ ਪਾਣੀ ਦੀ ਕਮੀ ਆ, ਤਾਂ ਉੱਥੇ ਸਹੀ ਮਾਤਰਾ ਵਿੱਚ ਹੀ ਫਸਲ ਨੂੰ ਪਾਣੀ ਚਾਹੀਦਾ ਹੁੰਦਾ। ਅੱਗੇ ਆ ਜਾਓ। ਹਾਂਜੀ, ਵੀਡਸ, ਨਦੀਨਾਂ ਨੂੰ ਖੇਤ ਤੋਂ ਬਾਹਰ ਕੱਢਣਾ। ਇਹਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਸੀਗੇ, ਪਹਿਲਾਂ ਵੀ ਇਹਦੀ ਗੱਲ ਕੀਤੀ ਹੈ। ਨਦੀਨਾਂ ਦਾ ਮਤਲਬ ਕੀ ਹੁੰਦਾ? ਵੀਡ ਦਾ ਮਤਲਬ ਕੀ ਹੁੰਦਾ? ਨਦੀਨ, ਮਤਲਬ ਨਦੀਨ। ਅੱਗੇ ਆ ਜਾਓ ਬੱਚੀ। ਜਿਹੜੀ ਚੀਜ਼ ਨਦੀਨ ਨੂੰ ਬਾਹਰ ਕੱਢਣ ਲਈ ਵਰਤੀ ਜਾਂਦੀ ਹੈ, ਜਿਹੜੀ ਦਵਾਈ ਉਹਨੂੰ ਯੂਜ਼ ਕੀਤੀ ਜਾਂਦੀ ਆ ਨਦੀਨਾਂ ਨੂੰ ਬਾਹਰ ਕੱਢਣ ਲਈ, ਉਹਨੂੰ ਕਹਿੰਦੇ ਨੇ ਵੀਡੀਸਾਈਡ। ਵੀਡੀਸਾਈਡਸ, ਅੰਡਰਸਟੈਂਡ ਬੱਚੇ? ਨਦੀਨਾਂ ਨੂੰ ਮਾਰਨ ਲਈ ਜਿਹੜੀ ਦਵਾਈ ਦਾ ਉਪਯੋਗ ਕੀਤਾ ਜਾਂਦਾ ਉਹਨੂੰ ਵੀਡੀਸਾਈਡ ਕਹਿੰਦੇ ਨੇ। ਇਹਦੀ ਡੈਫੀਨੇਸ਼ਨ ਆਏਗੀ, ਤੁਹਾਨੂੰ ਨੋਟ ਕਰ ਲਿਓ ਜੀ।
ਇਹਦੇ ਵਿੱਚ ਇੱਕ ਖਾਸ ਨਾਮ ਆ 2,4-D। ਤੁਹਾਨੂੰ MCQ ਆਉਂਦਾ ਹੁੰਦਾ ਕਿ 2,4-D ਹੈ ਕੀ ਆ। ਇਹ ਇੱਕ ਇਨਸੈਕਟੀਸਾਈਡ ਆ ਕਿ ਇਹ ਇੱਕ ਵੀਡੀਸਾਈਡ ਆ। ਇਹ MCQ ਆਉਂਦਾ ਹੁੰਦਾ ਤੁਹਾਨੂੰ, ਤਾਂ ਤੁਸੀਂ ਯਾਦ ਰੱਖਣਾ ਬੱਚੇ, ਦਿਸ ਇਜ਼ ਵੈਰੀ ਗੁੱਡ। ਕੀ ਆ ਇਹ ਇੱਕ ਇਨਸੈਕਟੀਸਾਈਡ ਆ ਕਿ ਵੀਡੀਸਾਈਡ ਆ? ਇਨਸੈਕਟੀਸਾਈਡ ਔਰ ਵੀਡੀਸਾਈਡ। ਤਾਂ ਤੁਹਾਡਾ ਆਨਸਰ ਹੋਣਾ ਚਾਹੀਦਾ ਦਿਸ ਇਜ਼ ਵੀਡੀਸਾਈਡ। ਦਿਸ ਇਜ਼ ਵੀਡੀਸਾਈਡ। ਇਹਦਾ ਕਾਮਨ ਨੇਮ ਹੈਗਾ DDT। 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 ਠੀਕ ਹੈ, ਚਲੋ ਅੱਗੇ ਚੱਲੀਏ ਬੱਚੇ। ਹਾਰਵੈਸਟਿੰਗ। ਹਾਂਜੀ, ਵਟ ਇਜ਼ ਅ ਹਾਰਵੈਸਟਿੰਗ? ਅਤੇ ਇੱਕ ਗੱਲ ਹੋਰ ਯਾਦ ਰੱਖੋ, DDT ਨੂੰ ਬੈਨ ਕਰ ਦਿੱਤਾ ਗਿਆ, ਮਤਲਬ ਕਾਫੀ ਸਾਲ ਪਹਿਲਾਂ ਇਹਨੂੰ ਬੈਨ ਕੀਤਾ ਗਿਆ। ਬਹੁਤ ਸਾਰੀ ਕੰਟਰੀਆਂ ਦੇ ਵਿੱਚ ਇਹਨੂੰ ਬੈਨ ਕੀਤਾ ਗਿਆ, ਬਟ ਫਿਰ ਵੀ ਕਿਤੇ ਨਾ ਕਿਤੇ ਇਲੀਗਲ ਤਰੀਕੇ ਦੇ ਨਾਲ ਥੋੜ੍ਹੀ ਬਹੁਤੀ ਮਿਲਦੀ ਆ। ਠੀਕ ਹੈ, ਹਾਲਾਂਕਿ ਇਹਨੂੰ ਬੈਨ ਕਰ ਦਿੱਤਾ ਗਿਆ। ਬੈਨ ਕਿਉਂ ਕੀਤਾ ਗਿਆ? ਕਿਉਂਕਿ ਜਿਹੜੀ DDT ਆ ਇਹ ਇੱਕ ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸ ਆ, ਯਾਦ ਰੱਖਿਓ, ਨੋਨ ਬਾਇਓਡੀਗ੍ਰੇਡੇਬਲ। ਮਤਲਬ ਕਿ ਜਿਹੜਾ ਮਿੱਟੀ ਵਿੱਚ ਕਨਵਰਟ ਨਹੀਂ ਹੋ ਸਕਦੀ ਦਵਾਈ, ਇਹ ਉਹ ਵਾਲੀ ਦਵਾਈ ਹੈ, ਇਸ ਕਰਕੇ ਇਹਨੂੰ ਬੈਨ ਕਰ ਦਿੱਤਾ ਗਿਆ। ਠੀਕ ਹੈ। ਹਾਰਵੈਸਟ ਦਾ ਮਤਲਬ ਬੱਚੇ ਕਲੀਅਰ ਆ ਸਾਰਿਆਂ ਨੂੰ? ਕਟਾਈ ਕਰਨਾ, ਫਸਲ ਦੀ ਕਟਾਈ ਕਰਨਾ। ਹਾਰਵੈਸਟ ਮਤਲਬ ਫਸਲ ਦੀ ਕਟਾਈ ਕਰਨਾ। ਹਾਂਜੀ, ਸਿੱਕਲ, ਬਿਲਕੁਲ ਸਟਾਰਟਿੰਗ 'ਚ ਆਪਾਂ ਪੜ੍ਹਿਆ ਸੀ ਸਿੱਕਲ ਕੀ ਹੁੰਦੀ ਆ? ਦਾਤੀ ਜਾਂ ਦਾਤਰੀ, ਵਟ ਐਵਰ ਯੂ ਕੈਨ ਸੇ। ਓਕੇ, ਇਹਦੇ ਵਿੱਚ ਫਿਰ ਅੱਗੇ ਗੱਲ ਆ ਗਈ ਆ ਕਿ ਓਕੇ ਦਾ ਇਟ ਇਜ਼ ਇੰਪੋਰਟੈਂਟ ਦਾ ਕਟਿੰਗ ਆਫ ਅ ਕਰੋਪ, ਇਟ ਇਜ਼ ਆਫਟਰ ਮੈਚਿਓਰ ਇਜ਼ ਹਾਰਵੈਸਟਿੰਗ ਐਂਡ ਪੁੱਲ ਆਊਟ ਐਂਡ ਕਟਰ ਕੋਸ ਟੂ ਗਰਾਊਂਡ, ਇਟ ਟੇਕਸ 3 or 4 month। ਆਮ ਤੌਰ 'ਤੇ ਫਸਲ ਨੂੰ 3 ਤੋਂ 4 ਮਹੀਨੇ ਹੀ ਲੱਗਦੇ ਹਨ ਮੈਚਿਓਰ ਹੋਣ ਲਈ, ਅਤੇ ਉਸ ਤੋਂ ਬਾਅਦ ਉਹਦੀ ਕਟਿੰਗ ਕੀਤੀ ਜਾਂਦੀ ਹੈ। ਅੱਗੇ ਅੱਜ ਕਟਿੰਗ ਲਈ ਬੱਚੇ ਤੁਹਾਡੇ ਸਾਹਮਣੇ ਆ ਕੀ ਆ? ਬਿਲਕੁਲ ਸਿੰਪਲ ਬੇਸਿਕ, ਦਿਸ ਇਜ਼ ਅ ਕੰਬਾਈਨ। ਸਪੈਲਿੰਗ ਕੰਬਾਈਨ ਦੇ ਆਹੀ ਨੇ। ਠੀਕ ਹੈ, ਹਾਲਾਂਕਿ ਇਹਦਾ ਕੰਬਾਈਨ ਦਾ ਮਤਲਬ ਇੰਗਲਿਸ਼ ਗ੍ਰਾਮਰ ਦੇ ਮੁਤਾਬਿਕ ਕਿਸੇ ਚੀਜ਼ ਨੂੰ ਇਕੱਠਾ ਕਰਨਾ, ਕਿਸੇ ਚੀਜ਼ ਨੂੰ ਇਕੱਠਾ ਕਰ ਦੇਣਾ, ਕੰਬਾਈਨ ਕਰ ਦੇਣਾ, ਬਟ ਇਹਦੀ ਸਪੈਲਿੰਗ ਵੀ ਕੰਬਾਈਨ ਹੀ ਨੇ। ਅਗਰ ਕਿਸੇ ਬੱਚੇ ਨੂੰ ਡਾਊਟ ਹੋਵੇ ਦੇਖ ਸਕਦੇ ਹੋ ਬੁੱਕ ਵਿੱਚ ਕੰਬਾਈਨ ਹੀ ਲਿਖਿਆ ਵਾ। ਪੰਜਾਬੀ 'ਚ ਆਪਾਂ ਇਹਨੂੰ ਕੰਬਾਈਨ ਬੋਲ ਦਿੰਦੇ ਹਾਂ, ਪੰਜਾਬੀ 'ਚ ਆਪਾਂ ਇਹਨੂੰ ਬੋਲ ਦਿੰਦੇ ਹਾਂ ਕੰਬਾਈਨ। ਸੋ ਤੁਸੀਂ ਕੰਬਾਈਨ ਵੀ ਬੋਲ ਸਕਦੇ ਹੋ, ਕੰਬਾਈਨ ਵੀ ਬੋਲ ਸਕਦੇ ਹੋ, ਨੋਟ ਪ੍ਰੋਬਲਮ। ਓਕੇ ਬੱਚੇ, ਚਲੋ ਇਹ ਫਸਲ ਦੀ ਕਟਾਈ ਲਈ ਕੰਮ ਆਉਂਦੀ ਹੈ। ਸਾਰਿਆਂ ਨੂੰ ਪਤਾ ਕਿਹੜੀ ਫਸਲ ਕਟਾਈ ਹੁੰਦੀ ਆ? ਵੀਟ ਐਂਡ ਰਾਈਸ, ਬੋਥ। ਓਕੇ ਬੱਚੇ, ਅੱਗੇ ਆ ਜਾਓ। ਇਹ ਬੱਚੇ ਹੈਗਾ ਵਾ ਥ੍ਰੈਸ਼ਰ। ਆਮ ਤੌਰ 'ਤੇ ਅੱਜ ਕੱਲ੍ਹ ਸੀਜ਼ਨ ਸਟਾਰਟ ਹੋ ਗਿਆ, ਥ੍ਰੈਸ਼ਰ ਤੁਸੀਂ ਪਿੰਡਾਂ ਵਿੱਚ ਲੱਗੇ ਦੇਖੇ ਹੋਣਗੇ। ਇਹਦਾ ਕੰਮ ਆ ਸੀਡ ਤੋਂ ਕਵਰਿੰਗ ਨੂੰ ਉਤਾਰਨਾ, ਕਵਰਿੰਗ ਰਿਮੂਵਲ। ਸੀਡ ਦੇ ਉੱਪਰ ਨਾ, ਕਣਕ ਦੇ ਦਾਣੇ ਉੱਤੇ ਇੱਕ ਕਵਰਿੰਗ ਹੁੰਦੀ ਆ, ਉਹਨੂੰ ਉਤਾਰ ਦੇਣਾ ਅਤੇ ਬੀਜ ਨੂੰ ਅਲੱਗ ਕਰ ਦੇਣਾ, ਇਹਨੂੰ ਬੋਲਦੇ ਆ ਵਿਨੋਇੰਗ। ਠੀਕ ਹੈ, ਥ੍ਰੈਸ਼ਰ ਕਹਿੰਦੇ ਹਾਂ ਆਪਾਂ ਨੋਰਮਲ ਭਾਸ਼ਾ ਵਿੱਚ ਇਹਨੂੰ ਥ੍ਰੈਸ਼ਰ ਕਹਿੰਦੇ ਆ। ਪੜ੍ਹੋ ਇੱਥੇ ਲਾਈਨ, ਦ ਫਾਰਮਰ ਸਮਾਲ ਹੋਲਡਿੰਗ ਲੈਂਡ ਡੂ ਦ ਸੈਪਰੇਸ਼ਨ ਆਫ ਗ੍ਰੇਨ ਐਂਡ ਚੈਫ। ਚੈਫ ਦਾ ਮਤਲਬ ਸਮਝ ਗਏ ਹੋ? ਉਹਦੇ ਉੱਪਰ ਜਿਹੜਾ ਛਿਲਕਾ ਹੁੰਦਾ, ਠੀਕ ਹੈ, ਚੈਫ। ਇਹਨੂੰ ਪੰਜਾਬੀ 'ਚ ਆਪਾਂ ਮੇਰੇ ਦਿਮਾਗ 'ਚ ਨਾਮ ਨਹੀਂ ਆ ਰਿਹਾ, ਮਤਲਬ ਸਮਥਿੰਗ ਕੁਛ ਕਹਿੰਦੇ ਨੇ, ਚਲੋ ਵਿਨੋਇੰਗ ਇਹਨੂੰ ਕਹਿੰਦੇ ਨੇ, ਕਿ ਛਿਲਕੇ ਤੋਂ ਅਲੱਗ ਕਰ ਦੇਣਾ। ਮੈਂ ਤੁਹਾਨੂੰ ਉਸ ਤਰੀਕੇ ਨਾਲ ਇਹਨੂੰ ਸਮਝਾ ਦਿੱਤਾ। ਥ੍ਰੈਸ਼ਰ ਬਿਲਕੁਲ ਕਾਮਨ ਪੰਜਾਬੀ 'ਚ ਆਪਾਂ ਇਹਦਾ ਨਾਮ ਬੋਲਦੇ ਹਾਂ ਥ੍ਰੈਸ਼ਰ। ਠੀਕ ਹੈ ਬੱਚੇ, ਤੋ ਸਟੋਰੇਜ, ਐਟ ਲਾਸਟ ਸਟੋਰੇਜ, ਐਟ ਲਾਸਟ ਸਟੋਰੇਜ ਕਰਨੀ ਹੈ ਬੱਚੇ ਆਪਾਂ। ਹੁਣ ਦੇਖੋ ਫਸਲ ਦੀ ਕਟਾਈ ਹੋ ਗਈ ਹੈ, ਹਰ ਇੱਕ ਚੀਜ਼ ਫਸਲ ਦੀ ਹੋ ਗਈ ਹੈ। ਹੁਣ ਐਟ ਲਾਸਟ ਫਸਲ ਨੂੰ ਬਚਾ ਕੇ ਕਿੱਦਾਂ ਰੱਖਣਾ? ਕੀੜਿਆਂ ਤੋਂ, ਇਨਸੈਕਟ ਤੋਂ, ਫੰਗਸ ਤੋਂ, ਬੈਕਟੀਰੀਆ ਤੋਂ, ਵਾਇਰਸ ਤੋਂ, ਤਾਂ ਸਟੋਰੇਜ ਕਰਨੀ ਬਹੁਤ ਜ਼ਰੂਰੀ ਹੈ ਬੱਚੇ। ਭੰਡਾਰਨ, ਚਲੋ ਦੇਖੀਏ ਭੰਡਾਰਨ ਕਿੱਥੇ ਕਿੱਥੇ ਹੁੰਦਾ ਵਾ। ਸਟੋਰੇਜ ਪ੍ਰੋਡਿਊਸ ਇਜ਼ ਐਨ ਇੰਪੋਰਟੈਂਟ ਟਾਸਕ। ਟਾਸਕ ਮਤਲਬ ਤੁਹਾਨੂੰ ਮੈਂ ਪਹਿਲਾਂ ਸਮਝਾ ਚੁੱਕਿਆ। And harvested grains have more moisture. Freshly harvested grains stored without drying and spoiled attack by organisms। ਕਹਿੰਦੇ ਕਿ ਬੀਜ ਬਿਲਕੁਲ ਗਿੱਲਾ ਹੋਵੇ ਤਾਂ ਵੀ ਪ੍ਰੋਬਲਮ ਆ, ਅਤੇ ਉਹਨੂੰ ਸਹੀ ਮਾਤਰਾ 'ਚ ਉਹਦੇ 'ਚ ਸਹੀ ਨਮੀ ਹੋਣੀ ਚਾਹੀਦੀ ਆ। ਬਿਲਕੁਲ ਸੁੱਕ ਜੇ ਉਹ ਵੀ ਖਰਾਬ ਆ, ਬਿਲਕੁਲ ਹੀ ਪਾਣੀ ਭਰਿਆ ਰਹੇ ਉਹ ਵੀ ਖਰਾਬ ਆ। ਉਹਨੂੰ ਬੈਲੈਂਸ ਕਰਕੇ ਰੱਖਣਾ ਪੈਂਦਾ। ਤੁਸੀਂ ਆਮ ਤੌਰ 'ਤੇ ਸੁਣਿਆ ਹੋਏਗਾ ਮੰਡੀ ਵਿੱਚ ਜਦੋਂ ਕਣਕ ਜਾਂਦੀ ਹੈ ਉਹਨੂੰ ਹਲਕਾ ਜਿਹਾ ਡਰਾਈ ਕੀਤਾ ਜਾਂਦਾ, ਉਹਦੀ ਹਿਊਮਿਡਿਟੀ ਚੈੱਕ ਕੀਤੀ ਜਾਂਦੀ ਹੈ। ਜਿਹੜੇ ਬੱਚੇ ਮੰਡੀ ਵਿੱਚ ਪਾਪਾ ਦੇ ਨਾਲ ਜਾਂਦੇ ਨੇ, ਉੱਥੇ ਤੁਸੀਂ ਇੱਕ ਸ਼ਬਦ ਆਮ ਤੌਰ 'ਤੇ ਸੁਣਿਆ ਹੋਏਗਾ, ਕਣਕ ਦੇ ਸੀਡ 'ਚ ਨਮੀ ਕਿੰਨੀ ਆ, ਚੈੱਕ ਇਟ। ਉੱਥੇ ਨਮੀ ਚੈੱਕ ਹੁੰਦੀ ਆ, ਹਿਊਮਿਡਿਟੀ ਜਿਹਨੂੰ ਬੋਲਦੇ ਆ। ਸੁਣਿਆ ਹੋਏਗਾ ਨਾ ਬੱਚੇ ਜਿਹੜੇ ਮੰਡੀ 'ਚ ਜਾਂਦੇ ਨੇ, ਸਪੈਸ਼ਲੀ ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲਦਾ। ਤੋ
इस चीज़ का ध्यान रखा जाता कि क्योंकि ह्यूमिडिटी ज़्यादा होएगी ना ਤਾਂ भी खराब करेगी, बहुत घट होएगी ਤਾਂ भी प्रॉब्लम होएगी। बैलेंस्ड एक सही होनी चाहिए है, ठीक है। उस तो बाद वो स्टोरेज होंगी है। अगे आ जाओ हुण स्टोरेज का एक तरीका बच्चे सुनो। आ हैगा वा ਜਿਹੜੇ ਵੱਡੇ ਵੱਡੇ ਤੁਹਾਨੂੰ ਨਜ਼ਰ ਆ ਰਹੇ ਆ ਇਹਨਾਂ ਨੂੰ ਸਿਓਲਸ ਬੋਲਦੇ ਨੇ। ਸਿਓਲਸ ਕਹਿੰਦੇ ਬਹੁਤ ਵੱਡੇ ਪੱਧਰ ਤੇ ਅਗਰ ਆਪਾਂ ਬੀਜ ਨੂੰ ਸਾਂਭ ਕੇ ਰੱਖੀਏ ਤਾਂ ਇਹਨਾਂ ਨੂੰ ਬੋਲਦੇ ਨੇ ਸਿਲੋਜ਼। ਸਿਲੋਜ਼ ਬਹੁਤ ਹਾਈ ਤੇ ਲਾਰਜ ਪੈਮਾਨੇ ਤੇ ਐਟ ਇਟ ਇਜ਼ ਸਟੋਰਡ ਐਟ ਅ ਲਾਰਜ ਸਕੇਲ। ਦੈਨ ਅਗਰ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਹਾਲ ਜੇ ਬਣੇ ਹੁੰਦੇ ਨੇ, ਹਾਲਾਂਕਿ ਇਹ ਤੋਂ ਥੋੜ੍ਹੇ ਛੋਟੇ ਹੁੰਦੇ ਬਟ ਹਾਲ ਬਣੇ ਹੁੰਦੇ ਆ। ਇਹਨਾਂ ਹਾਲਸ ਨੂੰ ਬੋਲਦੇ ਨੇ ਗ੍ਰੇਨਰੀਜ਼। ਪਹਿਲਾਂ ਤਾਂ ਇਹ ਡਿਫਰੈਂਸ ਹੀ ਤੁਹਾਨੂੰ ਪਿਕਚਰ ਵਾਈਜ਼ ਕਲੀਅਰ ਕਰ ਦਿੱਤਾ। ਇਹਨਾਂ ਨੂੰ ਬੋਲਦੇ ਨੇ ਗ੍ਰੇਨਰੀਜ਼। ਇਟਸ ਗ੍ਰੇਨਰੀਜ਼। ਗ੍ਰੇਨ ਤੋਂ ਹੀ ਬੱਚੇ ਨਾਮ ਬਣਿਆ ਵਾ, ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ। ਗ੍ਰੇਨ ਤੋਂ ਹੀ ਗ੍ਰੇਨਰੀਜ਼ ਨਾਮ ਬਣਿਆ, ਠੀਕ ਹੈ। ਬਟ ਇਹ ਥੋੜ੍ਹਾ ਜਿਹਾ ਡਿਫਰੈਂਟ ਨੇਮ ਆ, ਇਹ ਥੋੜ੍ਹਾ ਤੁਹਾਨੂੰ ਯਾਦ ਕਰਨਾ ਪਏਗਾ। ਲਾਰਜ ਸਕੇਲ ਦੇ ਉੱਪਰ ਆਪਾਂ ਸੀਡ ਨੂੰ ਸਟੋਰ ਕਰਦੇ ਹਾਂ ਸਿਲੋਜ਼। ਕੰਟਰੀ ਵਾਈਜ਼ ਜਿਹੜਾ ਆਪਾਂ ਫੋਰਨ ਕੰਟਰੀ ਭੇਜਣਾ ਤਾਂ ਉਹਨੂੰ ਕੰਟਰੀ ਲੈਵਲ 'ਤੇ ਸਟੋਰ ਕੀਤਾ ਜਾਂਦਾ, ਠੀਕ ਹੈ ਬੱਚੇ। ਤਾਂ ਯੂ ਕੈਨ ਸੀ ਹੀਅਰ however a large scale storage of grain is done in silos and granaries to protect them from the pest and rat and insect। ਤਾਂ ਗ੍ਰੇਨਰੀ ਵਿੱਚ ਕੀ ਹੁੰਦਾ ਆਮ ਤੌਰ 'ਤੇ ਉਹਨੂੰ ਦਵਾਈਆਂ ਵਾਲਾ ਥੋੜ੍ਹਾ ਜਿਹਾ ਯੂਜ਼ ਕੀਤਾ ਜਾਂਦਾ, ਜਿੱਥੇ ਰੈਟ ਵਗੈਰਾ ਨਾ ਆਉਣ ਜਾਂ ਜਿੱਥੇ ਪੈਸਟ ਵਗੈਰਾ ਨਾ ਆਉਣ, ਹਲਕਾ ਫੁਲਕਾ ਉੱਥੇ ਆਊਟਰ ਸਾਈਡ ਦਵਾਈ ਦਾ ਉਪਯੋਗ ਕੀਤਾ ਜਾਂਦਾ, ਠੀਕ ਹੈ ਬੱਚੇ। ਤੋ ਈਵਨ ਕਿ ਤੁਸੀਂ ਦੇਖ ਸਕਦੇ ਹੋ ਘਰਾਂ ਵਿੱਚ ਜਦੋਂ ਆਪਾਂ ਕੰਟੇਨਰ ਵਿੱਚ ਜਿਹੜੇ ਆਪਣੇ ਘਰਾਂ ਵਿੱਚ ਆਪਾਂ ਕਣਕ ਸਟੋਰ ਕਰਦੇ ਹਾਂ ਉਹਦੇ ਵਿੱਚ ਜਾਂ ਤਾਂ ਆਪਾਂ ਨਿੰਮ ਦੇ ਪੱਤੇ ਪਾਉਂਦੇ ਹਾਂ, ਪਤਾ ਹੋਏਗਾ ਤੁਹਾਨੂੰ, ਨਿੰਮ ਦੇ ਪੱਤੇ ਪਾਉਂਦੇ ਹਾਂ ਕਿ ਉਹਦੇ ਵਿੱਚ ਸੁਸਰੀ ਨਾ ਲੱਗੇ। ਯੂ ਕੈਨ ਸੀ ਸੁਸਰੀ ਜਿਹੜੀ ਉਹਨੂੰ ਲੱਗ ਜਾਂਦੀ ਹੈ, ਜਿਹਨੂੰ ਆਪਾਂ ਆਮ ਤੌਰ 'ਤੇ ਪੈਸਟ ਬੋਲ ਦਿੰਦੇ ਹਾਂ। ਪੈਸਟ ਕਣਕ ਨੂੰ ਖਰਾਬ ਕਰ ਦਿੰਦੀ ਆ। ਨਿੰਮ ਦੇ ਪੱਤੇ ਪਾ ਦਿੰਦੇ ਆ, ਕਈ ਵਾਰੀ ਉਹਦੇ ਵਿੱਚ ਸਲਫਾਸ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਨੇ, ਐਂਡ ਸਮ ਟਾਈਮ ਉਹਦੇ ਵਿੱਚ ਮਾਚਿਸ ਵੀ ਪਾਈ ਜਾਂਦੀ ਆ। ਇਹ ਬੱਚੇ ਤਿੰਨੋਂ ਨਾਮ ਯਾਦ ਰੱਖ ਲਿਓ। ਸਲਫਾਸ ਦੀਆਂ ਗੋਲੀਆਂ ਵੀ ਪਾਈਆਂ ਜਾਂਦੀਆਂ, ਨਿੰਮ ਦੇ ਪੱਤੇ ਵੀ ਪਾਏ ਜਾਂਦੇ ਆ, ਮਾਚਿਸ ਵੀ। ਪਰ ਇਹਨਾਂ ਤਿੰਨਾਂ ਤੋਂ ਸਭ ਤੋਂ ਬੈਸਟ ਕਿਹੜਾ ਵਾ? ਨਿੰਮ ਦੇ ਪੱਤੇ। ਟਰਾਈ ਟੂ ਅੰਡਰਸਟੈਂਡ ਨਿੰਮ ਦੇ ਪੱਤੇ। ਮਾਚਿਸ ਦੇ ਵਿੱਚ ਬੱਚੇ ਹੁੰਦਾ ਵਾ ਦੈਟ ਇਜ਼ ਆ ਮਾਚਿਸ ਦਾ ਅਗਰ ਮੈਂ ਤੁਹਾਨੂੰ ਫਾਰਮੂਲਾ ਦੱਸਾਂ ਦੈਟ ਇਜ਼ P2S5। ਫੋਸਫੋਸਲਫਾਈਡ ਹੁੰਦਾ ਮੋਸਟਲੀ, ਜਿਹੜਾ ਫੋਸਫੋਸਲਫਾਈਡ ਵੀ ਹੁੰਦਾ ਅਤੇ P2S7, ਮਤਲਬ ਦੋ ਇਹਦੇ ਫਾਰਮੂਲੇ ਹੁੰਦੇ ਨੇ। ਇਹ ਤੁਸੀਂ ਵੈਸੇ ਜਸਟ ਫॉर ਯੂਰ ਜਨਰਲ ਨੌਲੇਜ, ਮਤਲਬ ਫੋਸਫੋਸਲਫਾਈਡ ਦੇ ਨਾਲ ਉਹ ਬਣੀ ਹੁੰਦੀ ਹੈ ਅਤੇ ਇੱਕ ਕੈਮੀਕਲ ਆ। ਇਸ ਕਰਕੇ ਸਭ ਤੋਂ ਬੈਸਟ ਜਿਹੜਾ ਨਿੰਮ ਦੇ ਪੱਤਿਆਂ ਨੂੰ ਮੰਨਿਆ ਜਾਂਦਾ ਵਾ। ਤਾਂ ਬੱਚੇ ਹੁਣ ਆਪਾਂ ਚੱਲੀਏ ਫਟਾਫਟ ਹੋਮਵਰਕ 'ਤੇ। ਤਾਂ ਬੱਚੇ ਆ ਤੁਹਾਡਾ ਹੋਮਵਰਕ ਆ। तो फर्स्ट क्वेश्चन आंसर देखो की है, जल्दी बच्चे फास्ट। द सेम काइंड ऑफ प्लांट ग्रोन कल्टिवेटेड ऑन अ लार्ज स्केल एट अ प्लेस दैट इज़ अ क्रॉप। दिस इज़ योर फर्स्ट। ਜਿਹੜੀ ਬਹੁਤ ਵੱਡੇ ਲਾਰਜ ਪੱਧਰ 'ਤੇ ਆਪਾਂ ਫਸਲ ਜਾਂ ਕਿਸੇ ਪੌਦੇ ਨੂੰ ਬੀਜਦੇ ਹਾਂ ਉਹਨੂੰ ਫਸਲ ਕਹਿੰਦੇ ਨੇ। ਸੈਕਿੰਡ ਵਨ ਇਜ਼ ਦਾ ਫਸਟ ਸਟੈਪ ਬਿਫੋਰ ਗਰੋਇੰਗ ਕ੍ਰੌਪ। ਕਹਿੰਦੇ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਕੀ ਕਰਨਾ ਪੈਂਦਾ? ਦੈਟ ਇਜ਼ ਅ ਪ੍ਰੈਪਰੇਸ਼ਨ। ਉੱਪਰ ਤੁਹਾਨੂੰ ਹੈਡਿੰਗ ਦਿੱਤੇ ਹੋਏ ਆ, ਹਿੰਟ ਦਿੱਤੇ ਹੋਏ, ਉਹਨਾਂ ਵਿੱਚੋਂ ਹੀ ਆਪਾਂ ਇਹਨੂੰ ਸਿਲੈਕਟ ਕੀਤਾ ਵਾ। ਦੈਟ ਇਜ਼ ਅ ਪ੍ਰੈਪਰੇਸ਼ਨ। ਅੱਗੇ ਆ ਜਾਓ। ਡੈਮੇਜਡ ਸੀਡ would dash on the on the water that will be float। ਪਾਣੀ ਦੇ ਉੱਪਰ float ਕਰਨਗੇ ਸੀਡ। for growing a crop sufficient sunlight and dash from soil। ਇਹਦਾ ਹਿੰਟ ਦੇਖੀਏ ਕਿ ਹਿੰਟ ਤੁਹਾਨੂੰ ਕੀ ਦਿੱਤਾ ਹੋਇਆ। ਆਹ ਹਿੰਟ ਆ ਬੱਚੇ, ਜਿੰਦਾ ਰਹਿਣ ਲਈ ਪੌਦੇ ਨੂੰ ਕੀ ਕੀ ਚਾਹੀਦਾ? ਵਾਟਰ ਅਤੇ ਨਿਊਟਰੀਐਂਟਸ। ਵਾਟਰ ਅਤੇ ਨਿਊਟਰੀਐਂਟਸ ਇਹਦੇ ਵਿੱਚ ਐਡਜਸਟ ਕਰੋ। ਸਨਲਾਈਟ ਐਂਡ ਵਾਟਰ ਐਂਡ ਨਿਊਟਰੀਐਂਟਸ। ਇੱਥੇ ਆਪਾਂ ਲਿਖਾਂਗੇ ਨਿਊਟਰੀਐਂਟਸ, ਇੱਥੇ ਆਪਾਂ ਲਿਖਾਂਗੇ ਨਿਊਟਰੀਐਂਟ। ਸਪੈਲਿੰਗ ਬੱਚੇ ਪਿੱਛੇ ਜਾ ਕੇ ਦੇਖ ਸਕਦੇ ਹੋ। ਇੱਥੇ ਵਾਟਰ ਆ, ਇੱਥੇ ਨਿਊਟਰੀਐਂਟ ਆ। ਕਲੀਅਰ ਬੱਚੇ? ਇਸ ਤੋਂ ਬਾਅਦ ਮੈਚਿੰਗ ਕਰੋ ਬੱਚੇ। ਖਰੀਫ ਕਰੋਪ ਜਿਹੜੀਆਂ ਹੈਗੀਆਂ ਨੇ ਇਹ ਆਪਣੀ ਹੈਗੀ ਆ ਪੈਡੀ। ਰੱਬੀ ਕਰੋਪ ਹੈਗੀ ਆ ਵੀਟ। ਕੈਮੀਕਲ ਜਿਹੜੇ ਹੈਗੇ ਨੇ ਉਹ ਹੈਗਾ ਯੂਰੀਆ, ਅਤੇ ਔਰਗੈਨਿਕ ਹੈਗੇ ਨੇ ਐਨੀਮਲ ਐਕਸਕ੍ਰੀਟਾ ਲਾਈਕ ਆਲ ਦੈਟ। ਕਲੀਅਰ ਬੱਚੇ? ਕਲੀਅਰ ਹੋ ਗਈ ਗੱਲ? ਇਹਦੇ ਵਿੱਚ ਹੁਣ ਆਪਾਂ ਨੇ ਗੱਲ ਆ ਗਈ ਕੁਐਸ਼ਨ ਆਂਸਰਾਂ ਦੀ। ਖਰੀਫ ਕਰੋਪ ਅਤੇ ਰੱਬੀ ਕਰੋਪ, ਇਹਦੇ 'ਚ ਬਹੁਤ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈਗੀ। ਐਗਜ਼ਾਮਪਲ ਪੁੱਛੀ ਹੈ, ਖਰੀਫ ਕਰੋਪ ਦੀ ਐਗਜ਼ਾਮਪਲ ਆ ਪਈ ਹੈ ਤੁਹਾਡੇ ਸਾਹਮਣੇ। ਦੈਟਸ ਇਟ। ਇਹ ਆਂਸਰ ਆ ਬੱਚੇ ਇਹਦਾ। ਰੱਬੀ ਕਰੋਪ ਦਾ ਆਂਸਰ ਆ ਪਿਆ ਵਾ। ਰੱਬੀ ਕਰੋਪ ਦਾ ਆਂਸਰ ਕੀ ਆ? ਵੀਟ, ਗ੍ਰਾਮ ਪੀ। ਅਤੇ ਖਰੀਫ ਦਾ ਕੀ ਆ? ਪੈਡੀ, ਮੇਜ਼। ਠੀਕ ਹੈ, ਆਂਸਰ ਤੁਹਾਡੇ ਨਾਲ ਹੀ ਸਾਹਮਣੇ ਉੱਪਰ ਪਏ ਨੇ।
ਹੁਣ ਇਹ ਤੋਂ ਅੱਗੇ ਆ ਜਾਓ। ਇਹਦੇ ਵਿੱਚ ਥੋੜ੍ਹਾ ਜਿਹੜਾ ਪੈਰਾ ਵਾ ਪ੍ਰੈਪਰੇਸ਼ਨ ਆਫ ਸੋਇਲ, ਬੁੱਕ ਦੇ ਪਿੱਛੇ ਜਾ ਕੇ ਦੇਖੋ ਬੱਚੇ ਪੈਰਾ ਦਿੱਤਾ ਹੋਇਆ, ਉਸ ਪੈਰੇ ਦੇ ਵਿੱਚੋਂ ਮੇਨ ਗੱਲਾਂ ਤੁਸੀਂ ਰਾਈਟ ਕਰਨੀਆਂ ਨੇ। ਦਿਸ ਇਜ਼ ਅ ਸੋਇੰਗ ਬੀਜ, ਆ ਸਾਰੇ ਪੈਰੇ ਬੱਚੇ ਤੁਹਾਨੂੰ ਦਿੱਤੇ ਹੋਏ ਨੇ, ਠੀਕ ਹੈ। ਇਹ ਸਾਰੇ ਉਹ ਪਿੱਛੇ ਬੁੱਕ ਦੇ ਵਿੱਚ ਆਪਾਂ ਪੈਰੇ ਦਿੱਤੇ, ਉਹਦੇ ਵਿੱਚੋਂ ਹੀ ਆਪਾਂ ਵਧੀਆ ਵਧੀਆ ਪੁਆਇੰਟ ਇਹਦੇ ਵਿੱਚ ਲਿਖਣੇ ਆ। ਨੈਕਸਟ ਬੱਚੇ ਆ ਗਿਆ ਵਾ, ਇਹ ਤੁਹਾਡਾ ਹੋਮਵਰਕ ਆ ਬੱਚੇ। ਨੈਕਸਟ ਆ ਗਿਆ ਹਾਊ ਫਰਟੀਲਾਈਜ਼ਰ ਆਰ ਡਿਫਰੈਂਟ, ਇਹ ਡਿਫਰੈਂਸ ਤੁਹਾਨੂੰ ਬੁੱਕ ਵਿੱਚ ਦਿੱਤਾ ਹੋਇਆ ਵਾ। ਕੁਐਸਚਨ ਨੰਬਰ 5 ਦਾ ਆਨਸਰ ਇੱਥੇ ਤੁਹਾਨੂੰ ਡਿਫਰੈਂਸ ਦਿੱਤਾ ਹੋਇਆ ਸੀਗਾ, ਆ ਦੇਖੋ, ਆ ਆਨਸਰ ਨੰਬਰ 5 ਆ, ਇਹਦੇ ਤੇ ਨੋਟ ਕਰ ਲਓ। ਦਿਸ ਇਜ਼ ਆਨਸਰ ਨੰਬਰ 5, ਆਨਸਰ ਨੰਬਰ 5, ਠੀਕ ਹੈ। ਬਾਕੀ ਦੇ ਬੱਚੇ ਪੈਰਿਆਂ ਵਿੱਚ ਹੀ ਆਨਸਰ ਡਾਇਰੈਕਟ, ਆ ਟੇਬਲ ਆ ਬਸ, ਆ ਟੇਬਲ। ਹਾਂਜੀ, तो नेक्स्ट क्वेश्चन आ बच्चे, वट इज़ अ इरीगेशन। लो सिंचाई की है तो दो मैथड हुणी पढ़ के हटे हैं, संप्रिंकल मैथड तो ड्रिप मैथड, बस वही पैरे बच्चे च लिखने हैं। कहते नैक्सट क्वेश्चन हैगा कि वीट नूं अगर खरीफ सीजन में बीजिया जाए तो की होएगा। वीट नूं अगर खरीफ सीजन में बीजिया जाए तो की होएगा। बच्चे जिहड़ा टैंपरेचर वीट नूं चाहिदा वा ਉਹ ਖਰੀਫ ਸੀਜ਼ਨ ਵਿੱਚ ਬਹੁਤ ਜ਼ਿਆਦਾ ਹੁੰਦਾ ਵਾ, ਅਤੇ ਉਨੇ ਜ਼ਿਆਦਾ ਟੈਂਪਰੇਚਰ ਵਿੱਚ ਇਹ ਚੀਜ਼ ਫਸਲ ਖਰਾਬ ਹੋ ਜਾਏਗੀ। ਇਹ ਵੀ ਉਹਦੇ ਵਿੱਚ ਪੁਆਇੰਟ ਲਿਖਿਆ ਹੋਇਆ ਵਾ ਸੀਜ਼ਨ ਵਾਲੇ 'ਚ, ਠੀਕ ਹੈ। ਐਕਸਪਲੇਨ ਦ ਸੋਇਲ ਗੈਟ ਅਫੈਕਟਡ ਬਾਈ ਕੰਟੀਨਿਊ ਪਲਾਂਟੇਸ਼ਨ, ਜਿੱਥੇ ਆਪਾਂ ਸ਼ਬਦ ਪੜ੍ਹਿਆ ਸੀ ਨਾ ਫੈਲੋ ਸ਼ਬਦ ਪੜ੍ਹਿਆ ਸੀ, ਉਹਦੇ ਵਿੱਚ ਇਹਦਾ ਆਨਸਰ ਆ, ਉਸੇ ਪੈਰੇ ਵਿੱਚ ਇਹਦਾ ਆਨਸਰ ਆ। ਬੁੱਕ ਤੁਹਾਡੇ ਹਰ ਇੱਕ ਬੱਚੇ ਕੋਲ ਹੋਏਗੀ, ਨਹੀਂ ਤਾਂ ਵੀਡੀਓ ਰਿਪੀਟ ਕਰਕੇ ਦੇਖ ਲਿਓ। ਅੱਜ ਜਿੱਥੇ ਸ਼ਬਦ ਮੈਂ ਯੂਜ਼ ਕੀਤਾ ਸੀ ਉੱਥੇ ਹੀ ਇਹਦਾ ਆਨਸਰ ਆ। ਵਟ ਆਰ ਆ ਵੀਡਸ ਐਂਡ ਹਾਊ ਡੂ ਵੀ ਕੰਟਰੋਲ, ਹੁਣੀ ਲਾਸਟ ਵਿੱਚ ਪੜ੍ਹਿਆ ਵੀਡਸ ਕੀ ਹੁੰਦੇ ਨੇ, ਕੰਟਰੋਲ ਕਿੱਦਾਂ ਕੀਤਾ ਜਾਂਦਾ, ਇਹਦੇ ਵਿੱਚ ਆਪਾਂ ਨਾਮ ਪੜ੍ਹਿਆ ਸੀ DDT, ਬਸ ਉਹ ਵਾਲਾ ਪੈਰਾ ਇਹਦਾ ਆਨਸਰ ਆ। ਦੇਖੋ ਬੱਚੇ ਤੁਹਾਨੂੰ ਹਿੰਟ ਨਾਲ ਦਿੱਤੇ ਹੋਏ ਆ ਅਤੇ ਉਹ ਚੀਜ਼ ਤੁਹਾਨੂੰ ਸਮਝ ਆ ਰਹੀ ਆ। ਇਹ ਉਹ DDT ਵਾਲਾ ਪੈਰਾ ਹੁਣੀ ਆਪਾਂ ਪੜ੍ਹ ਕੇ ਹਟੇ, ਉਹ ਵਾਲਾ ਇਹਦਾ ਆਨਸਰ ਆ, ਠੀਕ ਹੈ। ਵੀਡੀਓ ਰਿਪੀਟ ਕਰਕੇ ਤੁਸੀਂ ਉਹ ਆਨਸਰ ਜਾ ਕੇ ਨੋਟ ਕਰ ਸਕਦੇ ਹੋ। ਓਕੇ ਬੱਚੇ, ਫਿਲਹਾਲ ਇਹ ਤੁਹਾਡਾ ਹੋਮਵਰਕ ਸੀਗਾ, ਇਹ ਤੁਹਾਡਾ ਫਸਟ ਲੈਸਨ ਪੂਰਾ ਪ੍ਰੋਪਰ ਕੰਪਲੀਟ ਹੋ ਗਿਆ। ਹੁਣ ਆਪਾਂ ਇਸ ਤੋਂ ਆਪਾਂ ਸੈਕਿੰਡ ਕਰਾਂਗੇ। ਓਕੇ ਬੱਚੇ, ਫਾਈਨ, ਟੇਕ ਕੇਅਰ।